ਸਾਡਾ ਜਿਹੜਾ ਨੱਥ ਚੂੜਾ ਦਾ ਹੈਗਾ ਪਰੰਪਰਾ ਰਸਮ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ। ਜਿਸ ਦਿਨ ਹੜ੍ਹ ਆਇਆ ਪਟਿਆਲੇ ਉਸ ਦਿਨ ਸ਼ਾਮ ਨੂੰ ਫੋਨ ਕਾਲਸ ਆਉਣ ਲੱਗੀਆਂ ਸੀ ਸ਼ਹਿਰੋਂ ਕਿ ਬੁਲਾਓ ਮਹਾਰਾਜ ਸਾਹਿਬ ਨੂੰ, ਬੁਲਾਓ ਨੱਥ ਚੂੜਾ ਚੜਾਏ। ਸੋ ਉਹ ਆ ਰਹੇ ਸੀਗੇ ਰਸਤੇ 'ਚ, ਅੰਬਾਲੇ ਵਿੱਚ ਵੀ ਹੜ੍ਹ ਆ ਗਿਆ ਸੀਗਾ। ਸੋ ਹੀ ਕੁਡ ਨਾਟ ਮੇਕ ਇਟ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਮੇਰੇ ਮਦਰ ਔਰ ਮੈਨੂੰ ਕਿ ਤੁਸੀਂ ਕਰ ਦਿਓ। ਅਸੀਂ ਗਏ ਅਕੋਰਡਿੰਗ ਟੂ ਦ ਪਰੰਪਰਾ। ਪਹਿਲੇ ਕਿਲੇ ਗਏ ਜੀ, ਪਾਠ ਉੱਥੇ ਅਰਦਾਸ ਹੋਈ, ਫਿਰ ਪੰਡਿਤ ਜੀ ਨੇ ਪੂਜਾ ਕੀਤੀ, ਫਿਰ ਅਸੀਂ ਜਵਾਲਾ ਜੀ ਦੀ ਜੋਤ 'ਤੇ ਔਰ ਸਮਾਧੀ 'ਤੇ ਮੱਥਾ ਟੇਕਿਆ। ਫਿਰ ਸਾਡੇ ਨਾਲ ਉੱਥੇ ਸਾਡੇ ਪੰਡਿਤ ਜੀ ਔਰ ਆਪਣੇ ਭਾਈ ਸਾਹਿਬ ਗੁਰਦੁਆਰੇ ਦੇ ਜੀ ਨਾਲ ਗਏ ਸੀਗੇ, ਉੱਥੇ ਵੀ ਅਰਦਾਸ ਹੋਈ ਜੀ। ਉਸ ਤੋਂ ਬਾਅਦ ਅਸੀਂ ਭੇਟ ਕੀਤਾ ਜੀ ਨੱਥ ਚੂੜਾ ਜੀ। ਰੱਬ ਦੀ ਮਿਹਰ ਨਾਲ ਪਾਣੀ ਵੀ ਥੋੜਾ ਨੀਚੇ ਆ ਗਿਆ ਸੀ। ਪੂਰੇ ਰਾਜ ਘਰਾਣੇ ਦੇ ਵਿੱਚ ਪਹਿਲੀ ਵਾਰ ਹੈ ਕਿ ਕੋਈ ਫੀਮੇਲ ਇਸ ਤਰੀਕੇ ਦੇ ਨਾਲ ਜਾ ਕੇ ਬਿਲਕੁਲ ਪਾਣੀ 'ਚ ਉਤਰ ਕੇ ਲੋਕਾਂ ਤੱਕ ਪਹੁੰਚ ਕੀਤੀ ਹੈ। ਥੋੜੀ ਤਲੱਕੀ ਹੋਈ ਸੀ ਉੱਥੇ ਤੁਹਾਡੀ ਚੇਤਨ ਥੋੜਾ ਸਿੰਘ ਜਿਹਾ ਹੋ ਗਿਆ ਸੀ ਸਾਡੇ ਨਾਲ। ਵਿੱਚ। कुछ लोग पिंड दे बाहर बैठे सी, सोच रहे सी अंदर कि मैं जान, और बुजुर्ग सीगे और रोन लग गए। मैं क्या की होया? कहने मेरा जवाई 24 घंटे पहला तो उतों लभ नहीं रहा सी, किते पानी च सीगा, मिसिंग सीगा। कहना मैं सारिਆਂ ਨੂੰ ਪੁੱਛਿਆ कि मेरी मदद कर दो, बोट लिया दो, मैं जाके किते लभा उसनू। फिर असी मैं फ़ोन किते 3-4 तो मैं आई ट्राइड द DC, आई ट्राइड द SDM, उन्हों का फ़ोन नहीं लग रहा सीगा। पानी मेरे ख्याल 5.5 फुट तो करीब सीगा। फिर किसी ने कहा वो देखो जी वो 2 बोटा आ रही हैं, ट्रैक्टर सीगा, ट्रॉली पिछे 2 बोटा। इट वॉज द नैशनल डिजास्टर टीम वाली। सो असी रोकया ट्रैक्टर को, असी कहा प्लीज़ सानू अद्धे घंटे लिए एक बोट दे दो। असी बजुर्ग ने इन्हों का एक चक्कर कटा दिए, इन्हों थोड़ा जा तुसी कटा देना, इन्हों थोड़ा जा तसली तो होए, कुछ किसी ने कुछ किया है। फिर एक बंदा आया, उन्हें खुसफुस की कुछ कि अज बोटा नहीं देनिया, मंत्री जी आ रहे। मंत्री जी आ गए, कहते क्यों रोकीए? मैं क्या जी सानू एक बोट चाहिए थोड़ी देर वास्ते जी, खाना और पानी पहुँचाना है। कहते नहीं इत्थे नहीं रुकेगी। मैं क्या क्यों नहीं रुकेगी जी? कहते अगे लेके जानी। फिर एक होर आदमी आया, नैशनल डिफेंस सी, मैनू नहीं पता कौन सी जी। कहना नहीं ये बोटा इत्थे नहीं रुकनियाँ, ये हरियाणे लेके जानी जी। मैं क्या क्यों? तुसी अद्धा घंटा दे दो, उसके बाद तुसी जिथे ले जानी है ले लो जी। नहीं, वो फिर उच्ची तरह बोलने लग गए। फिर मैं भी ਅਸੀਂ ਇੱਥੇ ਖੜੇ ਆ, ਅਸੀਂ ਸਾਰਿਆਂ ਨੂੰ ਫੋਨ ਮਾਰਿਆ ਕਿ ਸਾਨੂੰ ਫੋਨ ਭੇਜੋ ਡੀਸੀ ਨੂੰ, ਜੀਓਸੀ ਔਰ ਰਾਜਾ ਖਾਲਸਾ ਕਿਹਨੂੰ ਨਹੀਂ ਮਾਰਿਆ ਮੈਂ ਫੋਨ। फिर मैनू कहते कि मैं तो तुर के जा रहा है, थोड़े च हिम्मत है आओ। मैं क्या चलो। फिर असी एक ट्रैक्टर दे ट्यूबा खरीदियाँ 4, ਉਹਦੇ ਉੱਪਰ ਫੱਟਾ ਲਾਇਆ, ਬੰਨਿਆ ਉਸਨੂੰ। ਫਿਰ ਅਸੀਂ ਉਹਦੇ ਉੱਪਰ ਖਾਣਾ ਜਿਹੜਾ ਅਸੀਂ ਲੈ ਕੇ ਗਏ ਸੀਗੇ, ਰੋਟੀਆਂ, ਚਨੇ ਦਾਲ ਔਰ ਰਸ ਔਰ ਡਬਲ ਰੋਟੀ, ਦੁੱਧ, ਪਾਣੀ ਜੀ ਉਹਦੇ ਉੱਪਰ ਰੱਖਿਆ ਜੀ। ਔਰ ਅਸੀਂ ਸਾਰਿਆਂ ਨੇ ਪਾਣੀ ਵੀ ਫੜਿਆ ਜੀ ਜੀ ਔਰ ਤੁਰਨ ਲੱਗ ਗਏ ਅਸੀਂ ਜੀ ਜੀ। ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਆਵਾਜ਼ਾਂ ਹਮੇਸ਼ਾ ਹੁੰਦੀਆਂ ਰਹਿੰਦੀਆਂ। ਵੈਸੇ ਤਾਂ ਤੁਸੀਂ ਪੋਲੀਟੀਸ਼ੀਅਨ ਨਹੀਂ ਐਗਜ਼ੈਕਟਲੀ ਹੈਗੇ, ਪਰ ਉਹ ਕਹਿੰਦੇ ਜੀ ਕੋਈ MC ਨਹੀਂ ਹੈਗੇ, ਕੋਈ ਹਜੇ MLA ਨਹੀਂ ਹੈਗੇ, MP ਨਹੀਂ ਹੈਗੇ, ਤਾਂ ਫਿਰ ਵੀ ਜਿਹੜੇ ਨੇ ਉਹ ਇੱਕ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਸ਼ਾਇਦ ਕੋਸ਼ਿਸ਼ ਕਰ ਰਹੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਨੇ ਚੋਣ ਲੜਨੀ ਹੈਗੀ ਹੈ। ਯੂ ਡੋਂਟ ਨੀਡ ਟੂ ਬੀ ਐਨ MLA or MP or anything। ਕਰੈਕਟ। ਤੁਹਾਡਾ ਤੁਸੀਂ ਹੈਲਪ ਕਰਨਾ ਹੈ ਤਾਂ ਕੋਈ ਵੀ ਹੈਲਪ ਕਰ ਸਕਦਾ ਇਸ ਹਾਲਾਤ ਦੇ ਵਿੱਚ, ਖਾਸ ਕਰਕੇ ਇਸ ਹਾਲਾਤ ਵਿੱਚ। ਔਰ ਸਾਨੂੰ ਕਹਿੰਦੇ ਰਾਜਨੀਤੀ ਕਰ ਰਹੇ ਹੈ, ਆਪ ਕੀ ਕਰ ਰਹੇ ਨੇ? 200 ਪਿੰਡ ਪਟਿਆਲੇ ਦੇ ਜਿੱਥੇ ਹੜ੍ਹ ਦਾ ਪਾਣੀ ਗਿਆ ਹੈ। ਪਹਿਲੀਆਂ ਜਿਹੜੀਆਂ ਸਰਕਾਰਾਂ ਨੇ ਉਹ, ਕਿਉਂਕਿ ਕਾਂਗਰਸ ਦੀ ਸਰਕਾਰ ਵੀ ਰਹੀ, ਕੈਪਟਨ ਸਾਹਿਬ ਉਦੋਂ CM ਸੀਗੇ, ਉਸ ਤੋਂ ਪਹਿਲੀਆਂ ਵੀ ਸਰਕਾਰਾਂ ਰਹੀਆਂ ਨੇ, ਉਧਰ ਵਾਲਾ ਹਿੱਸਾ ਜਿਹੜਾ ਉਹ ਪੱਕਾ ਕਿਉਂ ਨਹੀਂ ਕੀਤਾ ਗਿਆ? ਮੈਂ ਤੁਹਾਨੂੰ ਦੱਸਦੀ ਹਾਂ, ਇਸ ਟਾਈਮ when ਕੈਪਟਨ ਸਾਹਿਬ ਦੀ ਸਰਕਾਰ ਆਈ ਸੀ, ਉਹ ਪਲਾਨ 'ਚ ਸੀ ਪੱਕਾ ਹੋਣ ਲਈ। ਜਿਵੇਂ ਛੋਟੀ ਨਦੀ ਪੱਕੀ ਹੋ ਰਹੀ ਸੀ,
इधरला बैंक भी पक्का करना सीगा पर उन्होंने 1.5 ईयर्स होए सी जदों करोना आ गया सीगा जी 2 साल तो लग गए करोना विच जी ਉਹਦੇ ਵਿੱਚ ਕਾਫੀ ਸਾਰਾ ਕੰਮ ਰੁਕ ਗਿਆ ਸੀਗਾ ਕਿਉਂਕਿ ਉਹ ਦੇਸ ਟੂ ਬੀ ਆਪਣਾ ਕਰਫਿਊ ਲੱਗ ਜਾਂਦਾ ਸੀ ਬਾਹਰ ਨਹੀਂ ਜਾਂਦੇ ਸੀ ਲੋਕ ਔਰ ਸਾਰੇ ਜਿਹੜੀ ਲੇਬਰ ਸੀ ਆਪਣੇ ਆਪਣੇ ਘਰਾਂ 'ਚ ਬੰਦ ਹੋ ਗਏ ਸੀ ਤੇ ਜਦੋਂ ਤੱਕ ਕਰੋਨਾ ਤੋਂ ਸਾਰੇ ਨਿਕਲੇ ਤਾਂ ਹੌਲੀ ਹੌਲੀ ਕੰਮ ਸ਼ੁਰੂ ਹੋਣ ਲੱਗੇ ਫਿਰ ਕੈਪਟਨ ਸਾਹਿਬ ਨੂੰ ਉਤਾਰਤਾ ਸੀਗਾ ਜੀ ਲੋਕ ਬੜੇ ਸਮਝ ਗਏ ਨੇ ਸਾਰੀ ਨੌਲੇਜ ਹੈ ਉਹਨਾਂ ਨੂੰ ਕਿ ਕੀ ਹੈਗਾ ਸਾਰਿਆਂ ਦੇ ਘਰ 'ਚ ਟੀਵੀ ਨੇ ਨਿਊਜ਼ਪੇਪਰਸ ਪੜ੍ਹਦੇ ਨੇ ਸੋਸ਼ਲ ਮੀਡੀਆ ਸਭ ਕੁਝ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ ਔਰ ਹੁਣ ਜਦੋਂ ਸਰਕਾਰ ਚੁਣਨਗੇ ਮੇਰੇ ਖਿਆਲ ਅਜੇ ਤੱਕ 3 ਸਾਲ ਪਏ ਨੇ ਬਿਲਕੁਲ ਉਸ ਟਾਈਮ ਤੱਕ ਤੁਸੀਂ ਦੇਖਣਾ ਇਟ ਵਿਲ ਬੀ ਜੋ ਵੀ ਪਾਰਟੀ ਚੁਣਨਗੇ ਨਾ ਐਕਸਾਈਟਡ ਹੋਏਗੀ ਸਤਿ ਸ਼੍ਰੀ ਅਕਾਲ ਜੀ ਮੈਂ ਲੈ ਕੇ ਪ੍ਰੋਗਰਾਮ ਅਨਕਟ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਬਿੰਦੂ ਸਿੰਘ ਤੁਹਾਡੀ ਖਿਦਮਤ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹੈਗੇ ਹਾਂ ਪਟਿਆਲਾ ਵੀ ਮੋਤੀ ਮਹਿਲ ਦੇ ਵਿੱਚ ਜਿਹੜੇ ਕਿ ਪਟਿਆਲਾ ਦਾ ਘਰਾਣਾ ਹੈਗਾ ਜਿਹੜੇ ਕਿ ਰਿਆਸਤ ਰਹੀ ਹੈਗੀ ਹੈ ਉੱਥੇ ਅੱਜ ਪਹੁੰਚੇ ਹੈਗੇ ਹਾਂ ਔਰ ਕਿਉਂ ਪਹੁੰਚੇ ਹੈਗੇ ਹਾਂ ਕਿਉਂਕਿ ਅੱਜ ਅਸੀਂ ਇੱਥੇ ਮਿਲਣ ਆਏ ਹਾਂ ਬੀਬਾ ਜੈਇੰਦਰ ਕੌਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਲਗਾਤਾਰ ਆ ਰਹੀ ਹੈ ਮੀਂਹ ਇੰਨਾ ਕੁ ਵਰਿਆ ਕਿ ਬਹੁਤ ਸਾਰੇ ਹਿੱਸਿਆਂ ਨੂੰ ਰੁੜਾ ਕੇ ਲੈ ਕੇ ਚਲੇ ਗਿਆ ਔਰ ਖਾਸ ਕਰਕੇ ਜੇ ਗੱਲ ਕਰੀਏ ਤੇ ਪੰਜਾਬ ਜਿਹੜਾ ਹੈਗਾ ਉਹ ਹਮੇਸ਼ਾ ਹੀ ਇਹਦੀ ਮਾਰ ਹੇਠ ਆਂਦਾ ਰਿਹਾ ਪਰ ਪਟਿਆਲਾ ਖਾਸ ਕਰਕੇ ਘੱਗਰ ਵੱਡੀ ਨਦੀ ਜਿਹੜੀ ਹੈਗੀ ਹੈ ਬੜੀ ਨਦੀ ਇਸ ਕਰਕੇ ਵੀ ਜਿਹੜਾ ਮਾਰ ਥੱਲੇ ਆਂਦਾ ਰਿਹਾ ਤੇ ਬੀਬਾ ਜੀ ਨੂੰ ਤੁਸੀਂ ਦੇਖਿਆ ਹੋਣਾ ਪਿਛਲੇ 2-3 ਦਿਨਾਂ ਦੇ ਵਿੱਚ ਬਹੁਤ ਐਕਟਿਵਲੀ ਉਹਨਾਂ ਨੇ ਲੋਕਾਂ ਦੀ ਸਹਾਇਤਾ ਕੀਤੀ ਲੋਕਾਂ ਦੇ ਕੋਲ ਗਏ ਮਿਲੇ ਜਿਹੜਾ ਇਹ ਰਾਜ ਘਰਾਣਾ ਹੈਗਾ ਇਹਨਾਂ ਦਾ ਸ਼ੁਰੂ ਤੋਂ ਹੀ ਰਿਹਾ ਹੈ ਕਿ ਜਦੋਂ ਵੀ ਹੜ੍ਹ ਚੜ੍ਹ ਕੇ ਆਏ ਨੇ ਜਾਂ ਬੜੀ ਨਦੀ ਜਾਂ ਘੱਗਰ ਚੜ੍ਹ ਕੇ ਆਈ ਹੈ ਜਦੋਂ ਵੀ ਮੀਂਹ ਵਰਿਆ ਤੇ ਇਹਨਾਂ ਨੇ ਹਮੇਸ਼ਾ ਅੱਗੇ ਹੋ ਕੇ ਲੋਕਾਂ ਦੀ ਬਾਤ ਸੁਣੀ ਹੈ ਅੱਜ ਅਸੀਂ ਬੀਬਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਸਾਡਾ ਇਹ ਬਹੁਤ ਲੱਕ ਹੈਗਾ ਕਿ ਅੱਜ ਸਾਨੂੰ ਮਿਲ ਗਏ ਉਹਨਾਂ ਨੇ ਵੈਸੇ ਤਾਂ ਜਾਣਾ ਸੀ ਮਸਰੂਫੀਅਤ ਹੈ ਉਹਨਾਂ ਦੀ ਔਰ ਖਾਸ ਕਰਕੇ ਬਾੜ ਜਿੱਥੇ ਆਈ ਹੈ ਖਾਸ ਕਰਕੇ ਫਲੱਡਸ ਆਏ ਨੇ ਜਿਹੜੇ ਇਫੈਕਟਡ ਏਰੀਆਜ਼ ਨੇ ਉਹਨਾਂ ਨੂੰ ਜਾ ਕੇ ਬਾਰ-ਬਾਰ ਉਹ ਗੱਲਬਾਤ ਪੁੱਛ ਰਹੇ ਨੇ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਨਾਲ ਪਲੀਜ਼ ਗੱਲ ਕਰ ਲਓ ਇਸ ਬਾਰੇ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਬੀਬਾ ਜੀ ਜਿਹੜਾ ਪਿਛਲੇ ਦਿਨਾਂ 'ਚ ਅਸੀਂ ਤੁਹਾਨੂੰ ਬਹੁਤ ਚਹਿਲ ਕਦਮੀ ਦੇਖੀ ਹੈ ਬਹੁਤ ਐਕਟਿਵਲੀ ਤੁਸੀਂ ਪਾਣੀ ਦੇ ਵਿੱਚ ਆਪ ਉਤਰ ਕੇ ਮੇਰੇ ਖਿਆਲ ਦੇ ਵਿੱਚ ਪੂਰੇ ਰਾਜ ਘਰਾਣੇ ਦੇ ਵਿੱਚ ਪਹਿਲੀ ਵਾਰ ਹੈ ਕਿ ਕੋਈ ਫੀਮੇਲ ਇਸ ਤਰੀਕੇ ਦੇ ਨਾਲ ਜਾ ਕੇ ਬਿਲਕੁਲ ਪਾਣੀ 'ਚ ਉਤਰ ਕੇ ਲੋਕਾਂ ਤੱਕ ਪਹੁੰਚ ਕੀਤੀ ਹੈ ਹਾਂਜੀ ਅਸੀਂ ਕਾਫੀ ਦਿਨਾਂ ਤੋਂ ਲੱਗੇ ਹੋਏ ਹਾਂ ਜਦ ਦੇ ਫਲੱਡਸ ਆਏ ਨੇ ਪਹਿਲੇ ਤਾਂ ਇੱਥੇ ਸਾਡੇ ਪਟਿਆਲੇ ਜਦੋਂ ਨਦੀ ਵੱਡੀ ਨਦੀ ਤੋਂ ਪਾਣੀ ਅੰਦਰ ਗਿਆ ਸੀਗਾ ਗੋਪਾਲ ਕਾਲੋਨੀ ਹੈਗੀ ਹੈ ਉਹਦੇ ਵਿੱਚ ਗਏ ਸੀ ਉੱਥੇ ਇੰਨਾ ਪਾਣੀ ਸੀਗਾ ਅਸੀਂ ਉੱਥੋਂ ਗਊਸ਼ਾਲਾ ਸੀ ਉਹਨਾਂ ਦੀ ਮਦਦ ਕੀਤੀ ਲੋਕਾਂ ਨੂੰ ਆਰਮੀ ਇਵੈਕੂਏਟ ਕਰ ਰਹੀ ਸੀ ਉੱਥੋਂ ਤੇ ਉੱਥੇ ਅਸੀਂ ਕਾਫੀ ਸਮਾਂ ਕੱਟਿਆ ਔਰ ਫਿਰ ਅਰਬਨ ਸਟੇਟ ਬੜੀ ਬੁਰੀ ਤਰ੍ਹਾਂ ਫਲੱਡ ਆਇਆ ਸੀ ਉਸ ਤੋਂ ਬਾਅਦ ਪਿੰਡਾਂ 'ਚ ਜਾਣ ਲੱਗ ਗਿਆ ਪਾਣੀ ਸੋ ਅਸੀਂ ਜਿੱਥੇ ਮੇਰੇ ਮਦਰ ਅਸੀਂ ਇੱਕ ਪਾਸੇ ਉਹ ਜਾਂਦੇ ਸੀ ਇੱਕ ਪਾਸੇ ਮੈਂ ਜਾਂਦੀ ਸੀ ਕਿਉਂਕਿ ਦੋਨੋਂ ਐਵਰੀਬੋਡੀ ਇੱਕੋ ਜਗ੍ਹਾ ਜਾਣ ਤਾਂ ਠੀਕ ਕੰਮ ਨਹੀਂ ਠੀਕ ਹੁੰਦਾ ਫਿਰ ਸੋ ਫਿਰ ਸਾਨੂੰ ਪਤਾ ਲੱਗਿਆ ਅਸੀਂ ਸਾਰੀ ਕਾਲੋਨੀਜ਼ ਇੱਥੇ ਸਮਾਨ ਦੇ ਕੇ ਐਂਡ ਦੈਨ ਪਰਸੋਂ ਦੀ ਗੱਲ ਹੈ ਪਰਸੋਂ ਚੌਥੇ ਦੀ ਗੱਲ ਅਸੀਂ ਸਾਨੂੰ ਪਤਾ ਲੱਗਿਆ ਕਿ ਸੱਸੀ ਗੁਜਰਾ ਔਰ 4 ਪਿੰਡ ਉਹਦੇ ਨਾਲ ਸਮਾਣੇ ਵਿੱਚ ਜਿਹੜਾ ਬਿਲਕੁਲ ਹਰਿਆਣੇ ਦੇ ਬਾਰਡਰ ਦੇ ਨਾਲ ਬਾਰਡਰ ਤੇ ਜੀ ਉੱਥੇ ਬੜਾ ਪਾਣੀ ਆ ਗਿਆ ਸੀਗਾ ਔਰ ਉੱਥੇ ਕੋਈ ਗਿਆ ਨਹੀਂ ਸੀਗਾ ਲੋਕ ਉੱਥੇ ਖਾਣਾ ਪੀਣਾ ਸਾਰਾ ਕੁਝ ਪਹੁੰਚਾਉਣਾ ਸੀਗਾ ਜਦੋਂ ਅਸੀਂ ਉੱਥੇ ਪਹੁੰਚੇ ਰਿਐਲਿਟੀ ਚੈੱਕ ਹੋਇਆ ਕਿਉਂਕਿ ਪਾਣੀ ਮੇਰੇ ਖਿਆਲ 5.5 ਫੁੱਟ ਤੋਂ ਕਰੀਬ ਸੀਗਾ ਤਾਂ ਉੱਥੇ ਇੱਕ ਬਜ਼ੁਰਗ ਬੈਠੇ ਸੀਗੇ ਔਰ ਕੁਝ ਲੋਕ ਪਿੰਡ ਦੇ ਬਾਹਰ ਬੈਠੇ ਸੀ ਸੋਚ ਰਹੇ ਸੀ ਅੰਦਰ ਕਿਵੇਂ ਜਾਣ ਔਰ ਬਜ਼ੁਰਗ ਸੀਗੇ ਉਹ ਰੋਣ ਲੱਗ ਗਏ ਮੈਂ ਕਿਹਾ ਕੀ ਹੋਇਆ ਕਹਿੰਦੇ ਮੇਰਾ ਜਵਾਈ
24 ਘੰਟੇ ਪਹਿਲਾਂ ਤੋਂ ਉੱਥੋਂ ਲੱਭ ਨਹੀਂ ਰਿਹਾ ਸੀ ਕਿਤੇ, ਪਾਣੀ 'ਚ ਸੀਗਾ, ਮਿਸਿੰਗ ਸੀਗਾ। ਕਹਿੰਦਾ ਮੈਂ ਸਾਰਿਆਂ ਨੂੰ ਪੁੱਛਿਆ ਕਿ ਮੇਰੀ ਮਦਦ ਕਰ ਦਿਓ, ਬੋਟ ਲਿਆ ਦਿਓ, ਮੈਂ ਜਾ ਕੇ ਕਿਤੇ ਲੱਭਾਂ ਉਸ ਨੂੰ। ਤਾਂ ਫਿਰ ਮੈਂ ਫ਼ੋਨ ਕੀਤੇ 3-4, ਮੈਂ ਕਿਹਾ ਸਾਡੇ ਲਈ ਅਸੀਂ ਵੀ ਨਹੀਂ ਬੋਟ ਬਗੈਰ ਜਾ ਸਕਦੇ, ਬਿਲਕੁਲ ਤੁਰ ਤਾਂ ਸਕਦੇ ਪਰ ਖਾਣਾ ਪਾਣੀ ਕਿਵੇਂ ਲੈ ਕੇ ਜਾਵਾਂਗੇ। ਤੇ ਮੈਂ GOC ਆਪਣੇ ਆਰਮੀ ਵਾਲਿਆਂ ਨੂੰ ਫ਼ੋਨ ਕੀਤਾ ਪਹਿਲੇ, ਕਹਿੰਦੇ ਬੋਟਾਂ ਸਾਡੀਆਂ ਦੂਜੇ ਪਾਸੇ ਨੇ। ਮੈਂ ਕਿਹਾ ਜੇ ਇੱਕ ਕਿਸੇ ਤਰ੍ਹਾਂ ਲਿਆ ਸਕਦੇ ਹੋ ਤਾਂ ਬੜੀ ਹੈਲਪ ਹੋ ਜਾਏਗੀ। ਫਿਰ ਖਾਲਸਾ ਏਡ ਵਾਲੇ ਲੱਗੇ ਹੋਏ ਸੀਗੇ ਜੀ, ਮੈਂ ਉਹਨਾਂ ਨੂੰ ਵੀ ਫ਼ੋਨ ਕੀਤਾ, ਉਹਨਾਂ ਨੇ ਵੀ ਕਿਹਾ ਵਿਲ ਟਰਾਈ। ਤੇ ਮੈਂ ਆਈ ਟਰਾਈਡ ਦ DC, ਆਈ ਟਰਾਈਡ ਦ SDM, ਉਹਨਾਂ ਦਾ ਫ਼ੋਨ ਨਹੀਂ ਲੱਗ ਰਿਹਾ ਸੀਗਾ ਜੀ। ਤੇ ਦੈਨ ਮੈਂ ਜਿਹੜੇ ਉੱਥੇ ਬੈਠੇ ਸੀ ਅਸੀਂ ਉਹਨਾਂ ਨੂੰ ਖਾਣਾ ਦੇਣ ਲੱਗੇ ਜਿਹੜਾ ਅਸੀਂ ਲੈ ਕੇ ਗਏ ਸੀ। ਮੈਂ ਕਿਹਾ 20 ਜਣੇ ਸੀ ਐਸੇ, ਇਹਨਾਂ ਨੂੰ ਤਾਂ ਖਿਲਾ ਲਈਏ। ਉਨੀ ਦੇਰ 'ਚ ਇੱਕ ਹੋਰ ਟਰਾਲੀ ਆ ਗਈ ਕਿਸੇ ਹੋਰ ਦੀ, ਇੱਧਰੋਂ ਨਾਭੇ ਕੰਨਿਓ ਪਿੰਡ ਦੀ, ਪਾਣੀ ਲੈ ਕੇ ਜੀ। ਤੋ ਉਹ ਵੀ ਸਾਡੇ ਨਾਲ ਖੜ ਗਿਆ ਆ ਕੇ। ਫਿਰ ਕਿਸੇ ਨੇ ਕਿਹਾ ਉਹ ਦੇਖੋ ਜੀ ਉਹ 2 ਬੋਟਾਂ ਆ ਰਹੀਆਂ ਨੇ, ਟਰੈਕਟਰ ਸੀਗਾ, ਟਰਾਲੀ ਪਿੱਛੇ 2 ਬੋਟਾਂ। ਇਟ ਵਾਸ ਅ ਨੈਸ਼ਨਲ ਡਿਜ਼ਾਸਟਰ ਟੀਮ ਵਾਲੀ। ਸੋ ਅਸੀਂ ਰੋਕਿਆ ਟਰੈਕਟਰ ਨੂੰ, ਅਸੀਂ ਕਿਹਾ ਪਲੀਜ਼ ਸਾਨੂੰ ਅੱਧੇ ਘੰਟੇ ਲਈ ਇੱਕ ਬੋਟ ਦੇ ਦਿਓ, ਅਸੀਂ ਬਜ਼ੁਰਗ ਨੇ, ਇਹਨਾਂ ਦਾ ਇੱਕ ਚੱਕਰ ਕਟਾ ਦਈਏ, ਇਹਨਾਂ ਨੂੰ ਥੋੜ੍ਹਾ ਜਿਹਾ ਤੁਸੀਂ ਕਟਾ ਦੇਣਾ, ਇਹਨੂੰ ਥੋੜ੍ਹਾ ਜਿਹਾ ਤਸੱਲੀ ਤਾਂ ਹੋਏ, ਕੁਝ ਕਿਸੇ ਨੇ ਕੁਝ ਕੀਤਾ ਹੈ, ਕੋਈ ਹੈਲਪ ਮਿਲ ਜਾਏ। ਔਰ ਖਾਣਾ ਪਹੁੰਚਾਉਣਾ ਹੈ, ਜਿਹੜੇ ਲੋਕਲ ਬੰਦੇ ਨੇ ਉਹਨਾਂ ਨੂੰ ਤੁਸੀਂ ਨਾਲ ਬਿਠਾ ਕੇ, ਉਹਨਾਂ ਨੂੰ ਪਤਾ ਕਿੱਥੇ ਖਾਣਾ ਉਤਾਰਨਾ ਹੈਗਾ ਜੀ, ਉਹਨਾਂ ਨੂੰ ਪਲੀਜ਼ ਲੈ ਜਾਓ। ਤਾਂ ਉਹ ਮੰਨ ਗਏ। ਫਿਰ ਇੱਕ ਬੰਦਾ ਆਇਆ, ਉਹਨੇ ਖੁਸਫੁਸ ਕੀਤੀ ਕੁਛ ਕਿ ਅੱਜ ਵੋਟਾਂ ਨਹੀਂ ਦੇਣੀਆਂ, ਮੰਤਰੀ ਜੀ ਆ ਰਹੇ। ਸੋ ਅਸੀਂ ਕਿਹਾ ਮੈਂ ਕਿਹਾ ਮੰਤਰੀ ਜੀ ਆ ਜਾਣ, ਕੋਈ ਗੱਲ ਨਹੀਂ, ਉਸ ਟਾਈਮ ਤੱਕ ਅਸੀਂ ਖਤਮ ਕਰਕੇ ਤੁਹਾਨੂੰ ਦੇ ਦਾਂਗੇ ਵਾਪਸ। ਤੇ ਉਨੀ ਦੇਰ 'ਚ ਮੰਤਰੀ ਜੀ ਆ ਗਏ, ਕਹਿੰਦੇ ਕਿਉਂ ਰੋਕੀਏ? ਮੈਂ ਕਿਹਾ ਜੀ ਸਾਨੂੰ ਇੱਕ ਬੋਟ ਚਾਹੀਦੀ ਹੈ ਥੋੜ੍ਹੀ ਦੇਰ ਵਾਸਤੇ ਜੀ। ਅਸੀਂ ਬਸ ਇਹ ਬਜ਼ੁਰਗ ਨੇ ਬੈਠੇ, ਇਹਨਾਂ ਦਾ ਗੇੜਾ ਲਵਾਉਣਾ ਹੈ ਜੀ, ਉਹਨਾਂ ਦੇ ਸਨ ਇਨ ਲੋ ਨਹੀਂ ਲੱਭ ਰਹੇ ਜੀ, ਔਰ ਫਿਰ ਖਾਣਾ ਔਰ ਪਾਣੀ ਪਹੁੰਚਾਉਣਾ ਹੈ। ਕਹਿੰਦੇ ਨਹੀਂ ਇੱਥੇ ਨਹੀਂ ਰੁਕੇਗੀ। ਮੈਂ ਕਿਹਾ ਕਿਉਂ ਨਹੀਂ ਰੁਕੇਗੀ ਜੀ? ਕਹਿੰਦੇ ਅੱਗੇ ਲੈ ਕੇ ਜਾਣੀ ਹੈ। ਫਿਰ ਇੱਕ ਹੋਰ ਆਦਮੀ ਆਇਆ, ਨੈਸ਼ਨਲ ਡਿਫੈਂਸ ਸੀ, ਮੈਨੂੰ ਨਹੀਂ ਪਤਾ ਕੌਣ ਸੀ ਜੀ, ਕਹਿੰਦਾ ਨਹੀਂ ਇਹ ਬੋਟਾਂ ਇੱਥੇ ਨਹੀਂ ਰੁਕਣੀਆਂ, ਇਹ ਹਰਿਆਣੇ ਲੈ ਕੇ ਜਾਣੀਆਂ ਜੀ। ਮੈਂ ਕਿਹਾ ਕਿਉਂ? ਤੁਸੀਂ ਅੱਧਾ ਘੰਟਾ ਦੇ ਦਿਓ, ਉਹਦੇ ਬਾਅਦ ਤੁਸੀਂ ਜਿੱਥੇ ਲੈ ਜਾਣੀ ਹੈ ਲੈ ਲਓ। ਜੀ। ਨਹੀਂ, ਉਹ ਫਿਰ ਉੱਚੀ ਤਰ੍ਹਾਂ ਬੋਲਣ ਲੱਗੇ। ਫਿਰ ਮੈਂ ਵੀ ਹਾਂ, ਥੋੜੀ ਤਲੱਕੀ ਹੋਈ ਸੀ ਉੱਥੇ ਤੁਹਾਡੀ ਚੇਤਨ ਥੋੜਾ ਸਿੰਘ ਜਿਹਾ ਹੋ ਗਿਆ ਸੀ ਦੇ ਸਾਡੇ ਵਿੱਚ, ਬਿਕੋਜ਼ ਉਹ ਕਹਿ ਰਹੇ ਸੀ ਟਰੈਕਟਰ ਚਲਾਓ। ਆਈ ਮੀਨ ਲੋਕ ਬੈਠੇ ਉੱਥੇ ਜੀ, ਇੰਨਾ ਪਾਣੀ ਹੈ, ਕੁਛ ਤਾਂ ਸੋਚਣਾ ਚਾਹੀਦਾ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਫਿਰ ਅਸੀਂ ਵੀ ਡਿਡਨਟ ਲੈਟ ਦ ਟਰੈਕਟਰ ਮੂਵ। ਫਿਰ ਮੈਨੂੰ ਕਹਿੰਦੇ ਕਿ ਤੁਸੀਂ, ਮੈਂ ਤਾਂ ਤੁਰ ਕੇ ਜਾ ਰਿਹਾ, ਤੁਹਾਡੇ 'ਚ ਹਿੰਮਤ ਹੈ ਆਓ। ਮੈਂ ਕਿਹਾ ਚਲੋ ਜੀ। ਉਹ ਤੁਰਨ ਲੱਗ ਗਿਆ ਆਪਣੇ ਬੰਦਿਆਂ ਨਾਲ, ਅਸੀਂ ਪਾਣੀ ਚੁੱਕਿਆ, ਅਸੀਂ ਜੋ ਅਸੀਂ ਲੈ ਕੇ ਜਾ ਸਕਦੇ ਸੀਗੇ ਅਸੀਂ ਤੁਰ ਪਏ ਜੀ। ਉਹ ਅੱਗੇ ਨਿਕਲ ਗਏ, ਅਸੀਂ ਪਿੱਛੇ ਪਹਿਲੇ ਜਿਹੜੇ ਘਰ ਸੀ ਉਹਨਾਂ ਨੂੰ ਪਾਣੀ ਦਿੱਤਾ ਔਰ ਉਹਨਾਂ ਨੇ ਸਾਨੂੰ ਕਿਹਾ ਕਿ 2 ਦਿਨ ਹੋਏ ਕੋਈ ਨਹੀਂ ਆਇਆ ਸਾਡੇ ਕੋਲ, ਨਾ ਪਾਣੀ ਨਾ ਕੁਛ। ਖਾਣਾ ਤਾਂ ਚਲੋ ਥੋੜ੍ਹਾ ਬਹੁਤਾ ਸੀਗਾ ਜਿਹੜਾ ਬਚਿਆ ਹੋਇਆ ਸੀ ਜੀ, ਪਰ ਪਾਣੀ ਦੇ ਸਾਡੇ ਟਿਊਬਵੈਲ ਸਾਰੇ ਖਰਾਬ ਹੋ ਗਏ ਜੀ, ਕਿਉਂਕਿ ਪਾਣੀ ਪੈ ਗਿਆ ਉਹਨਾਂ 'ਚ। ਤਾਂ ਪਾਣੀ ਦੀ ਬੜੀ ਲੋੜ ਹੈ ਸਾਨੂੰ। ਚਲੋ ਜੀ, ਉੱਧਰੋਂ ਦੇਖੀ ਬੋਟ ਜਾਂਦੀ, ਉੱਥੇ ਇੱਕ ਪਿੰਡ 'ਚ ਜਿੱਥੇ ਗਏ ਸੀਗੇ ਮਿਨਿਸਟਰ ਸਾਹਿਬ, ਉਹਨਾਂ ਨੂੰ ਚੁੱਕ ਕੇ ਵਾਪਸ ਲੈ ਗਈ। ਸੋ ਅਸੀਂ ਤੁਰਨ ਲੱਗੇ ਵਾਪਸ ਜੀ। ਅਸੀਂ ਉੱਥੇ ਪਹੁੰਚੇ, ਜਦੋਂ ਪਤਾ ਲੱਗਿਆ ਸੀ ਇਹਨਾਂ ਨੇ ਕੁਛ ਨਹੀਂ ਕਰਨਾ, ਸਾਨੂੰ ਵੋਟ ਨਹੀਂ ਦੇਣੀ, ਕੁਛ ਨਹੀਂ ਦੇਣਾ। ਤੇ ਫਿਰ ਅਸੀਂ ਕੀ ਕੀਤਾ, ਉਨੀ ਦੇਰ 'ਚ 3-4 ਲੋਕ ਆਏ ਸੀ ਪਿੰਡੋਂ ਦੀ ਤਰਫੋਂ, ਗੋਤਾਖੋਰ, ਪਰ ਬਜ਼ੁਰਗ ਸੀਗੇ, ਉਹ ਪੁਰਾਣੇ ਸਟਾਈਲ ਦੇ ਗੋਤਾਖੋਰ। ਜੀ ਜੀ ਜੀ। ਦੋਨੋਂ ਪਾਸੇ ਉਹਨਾਂ ਨੇ ਡਰਮ ਬੰਨੇ ਹੋਏ ਸੀ, ਪੀਪੇ ਬੰਨੇ ਹੋਏ ਸੀ ਟ੍ਰੈਡੀਸ਼ਨਲ ਵਾਲੇ। ਹਾਂਜੀ ਹਾਂਜੀ। ਉਹ ਔਰ ਉਸ ਕੀ ਕਹਿੰਦੇ ਹੈਗੇ ਕਿ ਲੇਡੀ ਦਾ ਹਸਬੈਂਡ ਨਹੀਂ, ਉਹਦੇ ਬ੍ਰਦਰ ਨਾਲ ਵਗੈਰਾ, ਉਹ ਲੱਭਣ ਲੱਗੇ ਜਿੱਥੇ ਜਾ ਕੇ
ਉਹ ਸਾਡੇ ਨਾਲ ਤੁਰ ਰਹੇ ਸੀਗੇ। ਅਸੀਂ ਵਾਪਸ ਆ ਗਏ। ਫਿਰ ਅਸੀਂ ਸੋਚਿਆ ਕੀ ਕਰੀਏ ਹੁਣ, ਖਾਣਾ ਤਾਂ ਦੇ ਕੇ ਹੀ ਜਾਣਾ ਹੈ, ਪਾਣੀ ਅਸੀਂ ਸਾਰਾ ਕੁਝ ਲੈ ਕੇ ਆਏ ਹਾਂ। ਨਾਭੇ ਤੋਂ ਵੀ ਬੰਦੇ ਖੜੇ ਨੇ ਪਾਣੀ ਲੈ ਕੇ ਜੀ। ਫਿਰ ਸਾਡੇ ਨਾਲ ਜਿਹੜੇ ਮੁੰਡੇ ਸੀਗੇ, ਅਸੀਂ ਇੱਕ ਟਰੈਕਟਰ ਦੇ ਟਿਊਬਾਂ ਖਰੀਦੀਆਂ 4, ਉਹਦੇ ਉੱਪਰ ਫੱਟਾ ਲਾਇਆ, ਬੰਨਿਆ ਉਸ ਨੂੰ। ਫਿਰ ਅਸੀਂ ਉਹਦੇ ਉੱਪਰ ਖਾਣਾ ਜਿਹੜਾ ਅਸੀਂ ਲੈ ਕੇ ਗਏ ਸੀਗੇ, ਰੋਟੀਆਂ, ਚਨੇ ਦਾਲ ਔਰ ਰਸ ਔਰ ਡਬਲ ਰੋਟੀ, ਦੁੱਧ, ਪਾਣੀ ਜੀ ਉਹਦੇ ਉੱਪਰ ਰੱਖਿਆ ਜੀ। ਔਰ ਅਸੀਂ ਸਾਰਿਆਂ ਨੇ ਪਾਣੀ ਵੀ ਫੜਿਆ ਜੀ ਜੀ ਔਰ ਤੁਰਨ ਲੱਗ ਗਏ ਅਸੀਂ। ਜੀ ਜੀ। ਤੁਹਾਡੀਆਂ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਨੇ। ਔਰ ਬੀਬਾ ਜੀ ਕਿੰਨਾ ਕੁ ਨੁਕਸਾਨ ਹੋਇਆ ਜੇ ਆਪਾਂ ਪਟਿਆਲਾ ਡਿਸਟ੍ਰਿਕਟ ਦੀ ਖਾਸ ਕਰਕੇ ਗੱਲ ਕਰੀਏ, ਕਿਉਂਕਿ ਬੜੀ ਨਦੀ ਵੀ ਚੜ੍ਹ ਕੇ ਆਈ ਹੈ, ਘੱਗਰ ਨਾਲ ਲੱਗਦੀ ਹੈ। ਬੜੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਚਾਹੇ ਪਹਿਲੇ ਬਹੁਤ ਸਾਲ ਪਹਿਲੇ 93 ਦੀਆਂ ਗੱਲਾਂ ਨੇ, ਉਦੋਂ ਵੀ ਹੜ੍ਹ ਆਏ ਸੀ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ। ਔਰ ਖਾਸ ਕਰਕੇ ਜੇ ਪਟਿਆਲੇ ਦੀ ਗੱਲ ਕਰੀਏ, ਕਿਉਂਕਿ ਉਹਦੀ ਸ਼ੇਪ ਵੀ ਥੋੜੀ ਜਿਹੀ ਹੈ, ਉਹ ਥੋੜੀ ਬਾਲ ਵਰਗੀ ਹੈਗੀ ਹੈ, ਜਿੱਦਾਂ ਪੁੱਠਾ ਬਾਲ ਰੱਖਿਆ ਹੁੰਦਾ ਉਸ ਟਾਈਪ ਦੀ ਹੈਗੀ ਹੈ, ਤੇ ਉਸ ਤਰੀਕੇ ਦੇ ਨਾਲ ਕਾਫੀ ਇਫੈਕਟ ਕਰਦਾ। ਔਰ ਫਿਰ ਖਾਸ ਕਰਕੇ ਜਿਹੜੀ ਪ੍ਰਥਾ ਤੁਹਾਨੂੰ ਸਾਰਿਆਂ ਨੇ ਵੀਡੀਓ ਤੇ ਦੇਖਿਆ, ਅਸੀਂ ਵੀ ਦੇਖਿਆ। ਔਰ ਜਿਹੜਾ ਨੱਥ ਚੂੜੇ ਦੀ ਇੱਕ ਰਸਮ ਹੁੰਦੀ ਹੈ, ਤੁਸੀਂ ਤੇ ਰਾਣੀ ਸਾਹਿਬ ਨੇ ਉਹ ਜਿਹੜੀ ਹੈਗੀ ਹੈ ਉਹ ਰਸਮ ਪੂਰੀ ਕੀਤੀ। ਤੇ ਇਸ ਸਾਰੇ ਦੇ ਵਿੱਚ ਜੇ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਆਸ-ਪਾਸ ਹੋਇਆ? ਨੁਕਸਾਨ ਬੜਾ ਹੋਇਆ ਜੀ। 200 ਪਿੰਡ ਪਟਿਆਲੇ ਦੇ ਜਿੱਥੇ ਹੜ੍ਹ ਦਾ ਪਾਣੀ ਗਿਆ ਹੈ। ਔਰ ਫਸਲ ਜਿਹੜੀ ਲੱਗੀ ਸੀ ਪ੍ਰੈਕਟੀਕਲੀ ਖਰਾਬ ਹੋ ਗਈ ਉਹ ਸਾਰੇ ਪਿੰਡਾਂ 'ਚ, 200 ਜਿਹੜੇ ਪਿੰਡ ਨੇ ਜੀ। ਔਰ ਇੱਥੇ ਔਰ ਪਾਣੀ ਅਜੇ ਵੀ ਖੜਾ ਹੈ ਕਈ ਜਗ੍ਹਾ। ਹੁਣ ਜਿਵੇਂ ਤੁਸੀਂ ਇੱਥੇ ਪਟਿਆਲੇ ਦੀ ਗੱਲ ਕਰਦੇ ਹੋ, ਬੜੀ ਨਦੀ ਦੇ ਉਧਰਲੇ ਪਾਸੇ ਗੋਪਾਲ ਕਾਲੋਨੀ ਹੈਗੀ ਹੈ, ਬਿਲਕੁਲ ਉੱਥੇ ਅਜੇ ਪਾਣੀ ਕਾਫੀ ਖੜਾ ਹੋਇਆ ਤੇ ਇੱਧਰ ਛੋਟੀ ਰਾਈ ਮਾਜਰਾ। ਸੋ ਆਲੇ ਦੁਆਲੇ ਅਰਬਨ ਸਟੇਟ ਜੀ ਹੁਣ ਸੁੱਕਣ ਲੱਗਾ ਪਾਣੀ ਉਧਰ ਜੀ। ਪਰ ਹੁਣ ਜਿਹੜੇ ਅਫੈਕਟਡ ਜ਼ਿਆਦਾ ਨੇ ਪਿੰਡ ਸਮਾਣੇ ਔਰ ਸ਼ਤਰਾਣੇ ਵਿੱਚ ਨੇ। ਜੀ 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 ਜੀ। ਸੋ ਮੇਰੇ ਮਦਰ ਉੱਥੇ ਗਏ ਹੋਏ ਨੇ ਇਸ ਵੇਲੇ, ਔਰ ਕੱਲ ਵੀ ਉੱਥੇ ਹੀ ਸੀਗੇ। ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਚੰਡੀਗੜ੍ਹ ਵੀ ਕਿ ਜਿਹੜੇ ਹੜ੍ਹ ਦਾ ਪਾਣੀ ਇਹਨਾਂ ਨੇ ਖੋਲ੍ਹਤਾ ਦੋਨੋਂ ਪਾਸਿਓਂ, 5 ਪਿੰਡ ਤਾਂ ਬਿਲਕੁਲ ਹੀ ਡੁੱਬ ਗਏ ਜੀ, ਇੰਨਾ ਬੁਰਾ ਹਾਲ ਹੈ ਜੀ। ਸੋ ਉਹਨਾਂ ਨੇ ਪ੍ਰੋਮਿਸ ਤਾਂ ਕੀਤਾ ਸੀ ਏਡ ਭੇਜਣਗੇ, ਸਾਰਾ ਕੁਝ ਕਰਨਗੇ ਗਵਰਨਮੈਂਟ ਨੇ ਚੰਡੀਗੜ੍ਹੋਂ। ਹੁਣ ਦੇਖੋ ਕੀ ਹੁੰਦਾ। ਬੀਬਾ ਜੀ ਜਿੱਥੇ ਤੱਕ ਗੱਲ ਕਰੀਏ, ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਆਵਾਜ਼ਾਂ ਹਮੇਸ਼ਾ ਹੁੰਦੀਆਂ ਰਹਿੰਦੀਆਂ। ਵੈਸੇ ਤਾਂ ਤੁਸੀਂ ਪੋਲੀਟੀਸ਼ੀਅਨ ਨਹੀਂ ਐਗਜ਼ੈਕਟਲੀ ਹੈਗੇ, ਪਰ ਉਹ ਕਹਿੰਦੇ ਜੀ ਕੋਈ ਐਮਸੀ ਨਹੀਂ ਹੈਗੇ, ਕੋਈ ਹਜੇ ਐਮਐਲਏ ਨਹੀਂ ਹੈਗੇ, ਐਮਪੀ ਨਹੀਂ ਹੈਗੇ, ਤਾਂ ਫਿਰ ਵੀ ਜਿਹੜੇ ਨੇ ਉਹ ਇੱਕ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਸ਼ਾਇਦ ਕੋਸ਼ਿਸ਼ ਕਰ ਰਹੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਉਹਨਾਂ ਨੇ ਚੋਣ ਲੜਨੀ ਹੈਗੀ ਹੈ। ਤੁਸੀਂ ਇਸ ਤੋਂ ਕਿੰਨਾ ਕੁ ਕੀ ਜਵਾਬ ਦਿਓਗੇ ਉਹਨਾਂ ਨੂੰ? ਆਈ ਥਿੰਕ ਜਿਹੜੇ ਲੋਕ ਹੈਲਪ ਕਰ ਰਹੇ ਨੇ, ਤੁਸੀਂ ਦੇਖੋ ਪਿੰਡਾਂ 'ਚੋਂ ਲੋਕ ਆ ਰਹੇ ਨੇ ਟਰਾਲੀਆਂ ਭਰ ਕੇ। ਯੂ ਡੋਂਟ ਨੀਡ ਟੂ ਬੀ ਐਨ ਐਮਐਲਏ ਔਰ ਐਮਪੀ ਔਰ ਐਨੀਥਿੰਗ। ਕਰੈਕਟ। ਤੁਹਾਡਾ ਤੁਸੀਂ ਹੈਲਪ ਕਰਨਾ ਹੈ ਤਾਂ ਕੋਈ ਵੀ ਹੈਲਪ ਕਰ ਸਕਦਾ ਹੈ ਇਸ ਹਾਲਾਤ ਦੇ ਵਿੱਚ, ਖਾਸ ਕਰਕੇ ਇਸ ਹਾਲਾਤ ਵਿੱਚ। ਔਰ ਸਾਨੂੰ ਕਹਿੰਦੇ ਰਾਜਨੀਤੀ ਕਰ ਰਹੇ ਹੈ, ਆਪ ਕੀ ਕਰ ਰਹੇ ਨੇ? ਸਾਡਾ ਜਿਹੜਾ ਨੱਥ ਚੂੜਾ ਦਾ ਹੈਗਾ ਪਰੰਪਰਾ, ਰਸਮ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ। ਬਾਬਾ ਆਲਾ ਜੀ ਦੇ ਟਾਈਮ ਤੋਂ ਚੱਲਿਆ ਆ ਰਿਹਾ। ਭੁਪਿੰਦਰ ਸਿੰਘ ਜੀ ਮਹਾਰਾਜਾ ਭੁਪਿੰਦਰ ਸਿੰਘ ਉਹਨਾਂ ਦੇ ਉਸ ਤੋਂ ਪਹਿਲਾਂ ਦਿੱਤੋ ਰਿਹਾ। ਔਰ ਸਾਰਿਆਂ ਨੇ ਦੇਖਿਆ ਹੈ ਹਮੇਸ਼ਾ। ਔਰ ਇਹ ਮੈਂ ਤੁਹਾਨੂੰ ਦੱਸਦੀ ਹਾਂ, ਜਿਸ ਦਿਨ ਹੜ੍ਹ ਆਇਆ ਪਟਿਆਲੇ, ਉਸ ਦਿਨ ਸ਼ਾਮ ਨੂੰ ਫੋਨ ਕਾਲਸ ਆਉਣ ਲੱਗੀਆਂ ਸੀ ਸ਼ਹਿਰੋਂ ਕਿ ਬੁਲਾਓ ਮਹਾਰਾਜ ਸਾਹਿਬ ਨੂੰ, ਬੁਲਾਓ, ਨੱਥ ਚੂੜਾ ਚੜਾਏ। ਸੋ ਉਹ ਆ ਰਹੇ ਸੀਗੇ ਰਸਤੇ 'ਚੋਂ, ਅੰਬਾਲੇ ਵਿੱਚ ਵੀ ਹੜ੍ਹ ਆ ਗਿਆ ਸੀਗਾ। ਸੋ ਹੀ ਕੁਡ ਨਾਟ ਮੇਕ ਇਟ। ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਮੇਰੇ ਮਦਰ ਔਰ ਮੈਨੂੰ ਕਿ ਤੁਸੀਂ ਕਰ ਦਿਓ। ਔਰ ਕਿਉਂਕਿ ਮੇਰੇ ਬ੍ਰਦਰ ਵੀ ਪਹਾੜ ਸੀ, ਉਹ ਵੀ ਕੁਡ ਨਾਟ ਕਮ ਡਾਊਨ। ਕਿ ਐਸਾ ਕੁਝ ਖਾਸ ਗੱਲ ਹੁੰਦੀ ਹੈ ਕਿ ਸ਼ਾਇਦ ਜਿਹੜੇ ਮੇਲ ਮੈਂਬਰਸ ਨੇ, ਕਿਉਂਕਿ ਸਾਡੇ ਰਵਾਇਤੀ ਤੌਰ ਤੇ ਬੇਟਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈਗੀ ਉਹ ਮਰਦ ਜਾਂ ਫਿਰ ਮੇਲਸ ਦੇ ਥਰੂ ਕਰਵਾਈ ਜਾਂਦੀ ਹੈ, ਕਿ ਇਦਾਂ ਦੀ ਵੀ ਕੋਈ ਗੱਲ ਹੈਗੀ? ਕਿਉਂਕਿ ਇਸ ਵਾਰ ਦੋਨੋਂ ਬੀਬੀਆਂ ਨੇ ਕੀਤੀ ਹੈ, ਮਹਾਰਾਣੀ ਸਾਹਿਬਾ ਨੇ ਕੀਤੀ ਹੈ, ਬੀਬਾ ਜੀ ਨੇ ਕੀਤੀ ਹੈ। ਨਾਰਮਲੀ ਮਾਮਾ ਯੂਜ਼ ਟੂ ਡੂ ਇਟ ਪਾਪਾ ਨਾਲ ਇਕੱਠੇ ਹੋ ਕੇ। ਹਾਂਜੀ, ਹਮੇਸ਼ਾ ਹੀ ਹੁੰਦਾ ਸੀਗਾ। ਸੋ ਦਿਸ ਟਾਈਮ ਕੈਪਟਨ ਸਾਹਿਬ ਨੇ ਸੁਜੈਸਟ ਕੀਤਾ ਸੀਗਾ ਜੀ ਕਿ ਤੁਸੀਂ ਦੋਨੋਂ ਕਰੋ। ਸੋ
ਅਸੀਂ ਗਏ ਅਕੋਰਡਿੰਗ ਟੂ ਦ ਪਰੰਪਰਾ, ਪਹਿਲੇ ਕਿਲੇ ਗਏ, ਜੀ ਪਾਠ ਉੱਥੇ ਅਰਦਾਸ ਹੋਈ, ਫਿਰ ਪੰਡਿਤ ਜੀ ਨੇ ਪੂਜਾ ਕੀਤੀ, ਫਿਰ ਅਸੀਂ ਜਵਾਲਾ ਜੀ ਦੀ ਜੋਤ ਤੇ ਔਰ ਸਮਾਧੀ ਤੇ ਮੱਥਾ ਟੇਕਿਆ। ਫਿਰ ਸਾਡੇ ਨਾਲ ਉੱਥੇ ਸਾਡੇ ਪੰਡਿਤ ਜੀ ਔਰ ਆਪਣੇ ਭਾਈ ਸਾਹਿਬ ਗੁਰਦੁਆਰੇ ਦੇ ਜੀ ਨਾਲ ਗਏ ਸੀਗੇ, ਉੱਥੇ ਵੀ ਅਰਦਾਸ ਹੋਈ ਜੀ। ਉਸ ਤੋਂ ਬਾਅਦ ਅਸੀਂ ਭੇਟ ਕੀਤਾ ਜੀ ਨੱਥ ਚੂੜਾ। ਜੀ ਵੈਸੇ ਤਾਂ ਅਦਰਵਾਈਜ਼ ਦੇਖਿਆ ਜਾਏ ਤਾਂ ਪਰੰਪਰਾਵਾਂ ਦੇ ਵਿੱਚ ਵੀ ਚੀਜ਼ਾਂ ਦੇ ਵਿੱਚ ਚੇਂਜ ਆ ਗਿਆ, ਕਿਉਂਕਿ ਹੁਣ ਔਰਤਾਂ ਨੂੰ ਵੀ ਔਰ ਬੇਟਿਆਂ ਦੇ ਸਮਾਨ ਹੀ ਮੰਨਿਆ ਜਾਂਦਾ ਹੈ, ਉਸ ਤਰੀਕੇ ਨੂੰ ਵੀ ਜੇ ਦੇਖਿਆ ਜਾਏ ਤਾਂ। ਤੇ ਖਾਸ ਕਰਕੇ ਠੀਕ ਹੈ ਕਿ ਜਿਹੜਾ ਇੱਕ ਘਰਾਨਾ ਹੈਗਾ ਉਹਦੀ ਇੱਕ ਮੰਨਤ ਹੋ ਸਕਦੀ ਹੈ, ਪਰ ਉਹਦੇ ਪਰਿਵਾਰ ਦੇ ਕੋਈ ਵੀ ਮਤਲਬ ਜੇ ਲੋਕਾਂ ਨੇ ਉਹ ਮੰਨਤ ਪੂਰੀ ਕੀਤੀ ਤਾਂ ਮੇਰੇ ਖਿਆਲ ਉਹ ਕੁਐਸਚਨੇਬਲ। ਦੇਖੋ ਅਸੀਂ ਆਪਣੇ ਦਿਲ ਨਾਲ ਕੀਤੀ ਹੈ ਔਰ ਰੱਬ ਦੀ ਮਿਹਰ ਨਾਲ ਪਾਣੀ ਵੀ ਥੋੜਾ ਨੀਚੇ ਆ ਗਿਆ ਸੀਗਾ। ਲੋਕਾਂ ਦੇ ਵਿੱਚ ਸੁਰਾਂ ਇੱਦਾਂ ਦੀਆਂ ਵੀ ਹੈਗੀਆਂ ਕਿ ਬੜੀ ਨਦੀ ਦੇ ਜੇ ਇੱਧਰ ਵਾਲੀ ਸਾਈਡ ਦੇਖਿਆ ਜਾਏ ਤਾਂ ਪਟਿਆਲੇ ਦੇ ਇੱਧਰ ਵਾਲੀ ਸਾਈਡ ਤਾਂ ਪੱਕਾ ਹੈਗਾ, ਕਹਿੰਦੇ ਉੱਧਰ ਵਾਲਾ ਜਿਹੜਾ ਹਿੱਸਾ ਹੈਗਾ ਉਹ ਸਾਰੇ ਕੱਚੇ ਹੀ ਹੈਗਾ। ਤੇ ਪਹਿਲੀਆਂ ਜਿਹੜੀਆਂ ਸਰਕਾਰਾਂ ਨੇ ਉਹ, ਕਿਉਂਕਿ ਕਾਂਗਰਸ ਦੀ ਸਰਕਾਰ ਵੀ ਰਹੀ, ਕੈਪਟਨ ਸਾਹਿਬ ਉਦੋਂ ਸੀਐਮ ਸੀਗੇ, ਉਸ ਤੋਂ ਪਹਿਲੀਆਂ ਵੀ ਸਰਕਾਰਾਂ ਰਹੀਆਂ ਨੇ, ਉੱਧਰ ਵਾਲਾ ਹਿੱਸਾ ਜਿਹੜਾ ਉਹ ਪੱਕਾ ਕਿਉਂ ਨਹੀਂ ਕੀਤਾ ਗਿਆ ਹਜੇ? ਮੈਂ ਤੁਹਾਨੂੰ ਦੱਸਦੀ ਹਾਂ, ਇਸ ਟਾਈਮ ਵੈਨ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ, ਉਹ ਪਲਾਨ 'ਚ ਸੀ ਪੱਕਾ ਹੋਣ ਲਈ। ਜਿਵੇਂ ਛੋਟੀ ਨਦੀ ਪੱਕੀ ਹੋ ਰਹੀ ਸੀ, ਇੱਧਰਲਾ ਬੈਂਕ ਵੀ ਪੱਕਾ ਕਰਨਾ ਸੀਗਾ, ਪਰ ਉਹਨਾਂ ਨੂੰ 1.5 ਇਅਰਸ ਹੋਏ ਸੀ ਜਦੋਂ ਕਰੋਨਾ ਆ ਗਿਆ ਸੀਗਾ ਜੀ। 2 ਸਾਲ ਤਾਂ ਲੱਗੇ ਕਰੋਨਾ ਵਿੱਚ ਜੀ। ਉਹਦੇ ਵਿੱਚ ਕਾਫੀ ਸਾਰਾ ਕੰਮ ਰੁਕ ਗਿਆ ਸੀਗਾ, ਕਿਉਂਕਿ ਦੇ ਯੂਜ਼ਡ ਟੂ ਬੀ ਆਪਣਾ ਕਰਫਿਊ ਲੱਗ ਜਾਂਦਾ ਸੀ, ਬਾਹਰ ਨਹੀਂ ਜਾਂਦੇ ਸੀ ਲੋਕ, ਔਰ ਸਾਰੇ ਜਿਹੜੀ ਲੇਬਰ ਸੀ ਆਪਣੇ ਆਪਣੇ ਘਰਾਂ 'ਚ ਬੰਦ ਹੋ ਗਏ ਸੀ। ਤੇ ਜਦੋਂ ਤੱਕ ਕਰੋਨਾ ਤੋਂ ਸਾਰੇ ਨਿਕਲੇ ਤਾਂ ਹੌਲੀ ਹੌਲੀ ਕੰਮ ਸ਼ੁਰੂ ਹੋਣ ਲੱਗੇ। ਫਿਰ ਕੈਪਟਨ ਸਾਹਿਬ ਨੂੰ ਉਤਾਰਤਾ ਸੀਗਾ ਜੀ। ਫਿਰ ਉਹਦੇ ਬਾਅਦ ਜੋ ਹੋਇਆ ਨਹੀਂ ਹੋਇਆ ਸਭ ਦੇ ਸਾਹਮਣੇ ਹੈ। ਜੀ ਜੀ। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਕਰ ਲਈ ਅਸੀਂ, ਤੁਹਾਡੇ ਪਿਤਾ ਜੀ ਨੇ, ਉਹਨਾਂ ਨੇ ਭਾਜਪਾ 'ਚ ਚਲੇ ਗਏ ਨੇ, ਤੇ ਹੁਣ ਲੋਕ ਦੇਖ ਰਹੇ ਨੇ ਕਿ ਬੀਬਾ ਜੀ ਵੀ ਜਿਹੜੀ ਐਕਟਿਵ ਪੋਲੀਟਿਕਸ ਦੇ ਵਿੱਚ ਜ਼ਰੂਰ ਆਉਣਗੇ, ਤੇ ਕਿਉਂਕਿ ਤੁਹਾਨੂੰ ਨਾਲ ਤੁਰਦੇ ਫਿਰਦੇ ਵੀ ਦੇਖਦੇ ਨੇ ਔਰ ਤੁਹਾਡੀ ਐਕਟੀਵਿਟੀਜ਼ ਵੀ ਬਹੁਤ ਸ਼ਿੱਦਤ ਦੇ ਨਾਲ, ਖਾਸ ਕਰਕੇ ਸਿਆਸੀ ਵਿਹੜੇ ਦੇ ਵਿੱਚ ਜਿਹੜੇ ਬਾਕੀ ਸਿਆਸੀ ਆਗੂ ਨੇ ਜਾਂ ਸਿਆਸੀ ਲੋਕ ਨੇ ਉਹ ਬੜੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਵਾਚ ਰਹੇ ਨੇ, ਦੇਖ ਰਹੇ ਨੇ। ਪੋਲੀਟੀਕਲ ਜਿਹੜੀ ਟਰਫ ਹੈਗੀ ਹੈ ਉਹ ਕਹਿੰਦੇ ਕਿ ਉਹਦੇ ਵਿੱਚ ਹੁਣ ਬੀਬਾ ਜੀ ਵੀ ਉਤਰਨ ਲਈ ਤਿਆਰੀ ਕਰ ਰਹੇ ਨੇ ਪੂਰੇ ਤਰੀਕੇ ਦੇ ਨਾਲ। ਇਹਦੇ 'ਚ ਤੁਹਾਡਾ ਮਨ ਤੇ ਅਗਲਾ ਤੁਹਾਡਾ ਫਿਊਚਰ ਜਿਹੜਾ ਦਿਖਦਾ ਤੁਹਾਨੂੰ ਕਿ, ਕਿਉਂਕਿ ਲੋਕ ਸਭਾ ਬਹੁਤ ਕੋਲ ਆ ਰਹੀ ਹੈ, 6-5 ਮਹੀਨੇ ਰਹਿ ਗਏ ਸਾਰੇ ਐਕਟੀਵਿਟੀਜ਼ ਨੂੰ। ਦੇਖੋ ਜੀ, ਆਈ ਐਮ ਨਾਓ ਐਕਟਿਵ ਇਨ ਪੋਲੀਟਿਕਸ। ਆਈ ਐਮ ਦ ਵਾਈਸ ਪ੍ਰੈਜ਼ੀਡੈਂਟ ਆਫ ਪੰਜਾਬ ਇਨ ਦ ਬੀਜੇਪੀ, ਔਰ ਮੈਂ ਤਾਂ ਕੰਮ ਕਰਦੀ ਰਹੂੰਗੀ ਐਂਡ ਦ ਰੈਸਟ ਡਿਪੈਂਡਸ ਔਨ ਦ ਲੋਰਡ। ਹੋ ਸਕਦਾ ਹੈ ਕਿ ਅਸੀਂ ਮੈਂਬਰ ਪਾਰਲੀਮੈਂਟ ਦੇਖ ਸਕਦੇ ਹਾਂ ਅਗਲੇ ਬੀਬਾ ਜੀ ਨੂੰ, ਕਿਉਂਕਿ ਰਾਣੀ ਸਾਹਿਬਾਂ ਨੂੰ ਹਮੇਸ਼ਾ ਦੇਖਿਆ। ਪਤਾ ਲੱਗ ਜੂਗਾ when the time comes। ਜੀ। ਤੇ ਬਾਕੀ ਜਿੱਥੇ ਤੱਕ ਗੱਲ ਕਰੀਏ ਪੋਲੀਟਿਕਸ ਦੀ, ਹਾਂਜੀ, ਕਿਉਂਕਿ ਘਰਾਨਾ ਜਿਹੜਾ ਹੈ ਬੇਸਿਕਲੀ ਪਹਿਲੇ ਕਾਂਗਰਸ ਦੇ ਵਿੱਚ ਜ਼ਿਆਦਾ ਮਤਲਬ ਕਿ ਨਾਲ ਤੁਰੇ ਹੋਏ ਹੈ, ਉਹਦੇ ਬਾਅਦ ਹੁਣ ਬੀਜੇਪੀ 'ਚ ਗਏ ਨੇ, ਤੇ ਜਿਹੜੀਆਂ ਕਾਫੀ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਈ ਵਾਰੀ ਤੁਰਦੀਆਂ ਨੇ ਨਾਲ ਹੀ, ਕਿਉਂਕਿ ਵਿਰੋਧੀ ਨੇ ਖਾਸ ਕਰਕੇ ਜੇ ਗੱਲ ਕਰੀਏ ਇਸ ਟਾਈਮ ਜਿਹੜੇ ਆਮ ਆਦਮੀ ਪਾਰਟੀ ਹੈਗੀ ਉਹ ਕਾਫੀ ਜ਼ਿਆਦਾ ਇਸ ਗੱਲ ਨੂੰ ਕਹਿੰਦੀ ਹੈ ਵੀ ਜਿਨ੍ਹਾਂ ਨੂੰ ਪਹਿਲੇ ਨਿੰਦਦੇ ਸੀਗੇ, ਭਾਜਪਾ ਦੀ ਗੱਲ ਕਰੀਏ ਹੁਣ ਉਸੇ ਵਿੱਚ ਆਪ ਜਾ ਕੇ ਬੈਠੇ ਹੋਏ ਆ, ਕਿਸ ਤਰੀਕੇ ਦੇ ਨਾਲ ਹੈ ਗੱਲ ਅੱਗੇ ਤੁਰੇਗੀ? ਦੇਖੋ ਜੀ, ਗੱਲ ਤਾਂ ਹੁਣ ਆਪਣਾ ਤਾਂ ਲੋਕਤੰਤਰ ਹੈ, ਜਿਹਨੇ ਜਿੱਥੇ ਵੋਟ ਪਾਣੀ ਹੈ ਉਹਨੇ ਪਾਣੀ ਹੈ, ਪਰ ਹੁਣ ਲੋਕ ਸਿਆਣੇ ਹੋ ਗਏ ਨੇ, ਉਹ ਸੋਚ ਕੇ ਪਾਉਂਦੇ ਨੇ। ਉਹਨਾਂ ਨੇ ਇਸ ਵਾਰੀ ਸੋਚ ਕੇ ਪਾਈ ਸੀ ਕਿ ਆਪਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ, ਇਸ ਵਾਰੀ ਆਪ ਨੂੰ ਦੇਖ ਲਈਏ। ਹੁਣ ਤੁਸੀਂ ਜਾਣਦੇ ਹੋ ਪਿਛਲੀ ਜਿਹੜੀ ਫਸਲ ਸੀਗੀ, ਮੇਰੇ ਖਿਆਲ 80% ਲੋਕਾਂ ਨੂੰ ਉਹਦਾ ਪੈਸਾ ਨਹੀਂ ਮਿਲਿਆ ਜੋ ਖਰਾਬ ਹੋ ਗਈ ਸੀਗੀ, ਵੀਟ ਦੀ ਜਿਹੜੀ ਆਪਣੀ। ਹੁਣ ਜਿਹੜੀ ਫਸਲ ਹੈ ਮੇਰੇ ਖਿਆਲ 80% ਉਹ ਖਰਾਬ ਹੋ ਗਈ ਹੈ, ਉਹਦਾ ਪੈਸਾ ਜੋ ਵੀ ਹੈ ਹੁਣ ਗਵਰਨਮੈਂਟ ਨੇ ਕਰਨਾ ਹੈਗਾ। ਪ੍ਰੋਮਿਸਿਸ ਬੜੀਆਂ ਹੋਈਆਂ ਨੇ, ਕਿੰਨੀਆਂ ਡਿਲੀਵਰ ਹੁੰਦੀਆਂ, ਲੋਕ ਕਿੰਨੇ ਖੁਸ਼ ਹੁੰਦੇ ਨੇ ਨਹੀਂ ਹੁੰਦੇ, ਇਹ ਤਾਂ ਹੁਣ ਟਾਈਮ ਦੱਸੇਗਾ। ਖਾਸ ਕਰਕੇ ਜੇ ਗੱਲ ਕਰੀਏ ਹਜੇ ਤਾਂ ਪਾਣੀ ਉਤਰਿਆ ਨਹੀਂ, ਪਾਣੀ ਉਤਰੇਗਾ ਉਹਦੇ ਬਾਅਦ ਹੀ ਗੋਦਾਵਰੀ ਹੋਏਗੀ, ਮੈਜਰਮੈਂਟਸ ਹੋਣਗੇ, ਉਹਦੇ ਬਾਅਦ ਹੀ ਕਿਤੇ ਅੰਕਲਨ ਹੋਏਗਾ, ਐਨਾਲਿਸਿਸ ਹੋਏਗਾ ਪੂਰਾ ਕਿ ਕਿੰਨੇ ਕੁ ਉਹਨੂੰ ਕਰਨਾ ਹੀ ਪੈਣਾ ਨਾ, ਗਵਰਨਮੈਂਟ ਨੂੰ ਕਰਨਾ ਪੈਣਾ ਜੀ।
ਔਰ ਜਿਹੜੇ ਘਰ ਵੀ ਖਰਾਬ ਹੋਏ ਨੇ ਇੰਨੇ ਇਟ ਇਜ਼ ਵੈਰੀ ਅਨਫੋਰਚੂਨੇਟ ਜਿੱਥੇ ਜਿੱਥੇ ਗਏ ਹੈ ਲੋਕ ਬਿਲਕੁਲ ਰੋ ਰਹੇ ਨੇ ਜਿਹੜੇ ਹੁਣ ਸਭ ਜੋ ਘਰਾਂ 'ਚ ਸੀ ਖਰਾਬ ਹੋ ਗਿਆ ਜੀ ਔਰ ਕਈਆਂ ਦੇ ਪਸ਼ੂ ਉਹ ਵੀ ਖਤਮ ਹੋ ਗਏ ਨੇ ਜੀ ਸੋ ਉਹਨਾਂ ਦੀ ਤਾਂ ਲਾਈਵਲੀਹੁੱਡ ਹੈ ਨਾ ਜੀ 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 ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੋਚਣੀਆਂ ਪੈਣੀਆਂ ਨੇ ਕਿਵੇਂ ਕਰਨੀਆਂ ਨੇ ਜੀ ਔਰ ਸੈਂਟਰ ਨੇ ਵੀ ਫੰਡਸ ਭੇਜੇ ਨੇ ਬਿਲਕੁਲ 2000 ਕਰੋੜ ਦੇ ਕਰੀਬ ਦੋ ਭੇਜੇ ਨੇ 200 ਕਰੋੜ ਦੇ ਕਰੀਬ 200 ਕਰੋੜ ਔਰ 18 ਕਰੋੜ ਸਮਥਿੰਗ ਲਾਈਕ ਦੈਟ ਟੂ 200 ਕਰੋੜ ਦੇ ਕਰੀਬ ਮੋਟਾ ਭੇਜੇ ਨੇ ਔਰ ਜਾਖੜ ਸਾਹਿਬ ਨੇ ਇਹਦਾ ਜਿਹੜਾ ਹੈਗਾ ਉਹ ਦੱਸਿਆ ਵੀ ਸੀਗਾ ਹਾਂਜੀ ਜਾਖੜ ਜਿਹੜੇ ਨੇ ਸੁਨੀਲ ਜਾਖੜ ਵੀ ਕੈਂਪ ਦੇ ਮੰਨੇ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਕੈਂਪ ਦੇ ਤੇ ਜਿੱਥੇ ਤੱਕ ਗੱਲ ਕਰੀਏ ਹੁਣ ਉਹ ਇਸ ਟਾਈਮ ਭਾਜਪਾ ਦੇ ਪ੍ਰੈਜ਼ੀਡੈਂਟ ਨੇ ਤੇ ਜਿਸ ਤਰੀਕੇ ਨਾਲ ਉਹ ਦੱਸ ਵੀ ਰਹੇ ਸੀ ਕਿ ਇੰਨਾ ਫੰਡਸ ਆਏ ਨੇ ਖਾਸ ਕਰਕੇ ਸਟੇਟ ਨੂੰ ਸੈਂਟਰ ਤੋਂ ਆਏ ਨੇ ਪਟਿਆਲਾ ਦੇ ਹਿੱਸੇ 'ਚ ਕੁਝ ਆਇਆ ਉਹਦੇ ਵਿੱਚੋਂ ਅਜੇ ਤਾਂ ਜੀ ਦੇਖੋ ਕੁਝ ਨਹੀਂ ਆਇਆ ਉਹ ਤਾਂ ਹੁਣ ਬੈਠ ਕੇ ਜਦੋਂ ਅਸੈਸਮੈਂਟ ਕਰਨਗੇ ਫਿਰ ਵੀ ਆਰ ਡੈਫੀਨਿਟਲੀ ਗੋਇੰਗ ਟੂ ਆਪਣਾ ਹਿੱਸਾ ਮੰਗਾਂਗੇ ਕਿਉਂਕਿ ਮੇਰੇ ਮਦਰ ਗੱਲ ਕਰਨਗੇ ਸ਼ੀ ਇਜ਼ ਦ ਐਮਪੀ ਯਪ ਔਰ ਐਡਮਿਨਿਸਟ੍ਰੇਸ਼ਨ ਨਾਲ ਬੈਠਣਗੇ ਔਰ ਜੋ ਵੀ ਇੱਥੇ ਦਾ ਹਿੱਸਾ ਹੋਏਗਾ ਲਵਾਂਗੇ ਜੀ ਐਂਡ ਇਟ ਵਿਲ ਬੀ ਗਿਵਨ ਟੂ ਦ ਵਿਲੇजेस ਐਂਡ ਜਿੱਥੇ ਜਿੱਥੇ ਲੋੜ ਹੈਗੀ ਹੈ ਜੀ ਔਰ ਆਈ ਥਿੰਕ ਸੁਨੀਲ ਜਾਖੜ ਜੀ ਦੇ ਆਉਣ ਨਾਲ ਬੀਜੇਪੀ ਨੂੰ ਬੜਾ ਤਾਕਤ ਮਿਲੀ ਹੈ ਬੜੀ ਤਾਕਤ ਮਿਲੀ ਹੈ ਐਂਡ ਅੱਛਾ ਹੋਏਗਾ ਅੱਗੇ ਜਿੱਥੇ ਤੱਕ ਗੱਲ ਕਰੀਏ ਕੈਪਟਨ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਖਾਸ ਕਰਕੇ ਕਾਂਗਰਸ ਦੇ ਵਿੱਚੋਂ ਸੀਗੇ ਉਹ ਭਾਜਪਾ ਦੇ ਵਿੱਚ ਗਏ ਨੇ ਔਰ ਕਿਤੇ ਕਿਤੇ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਕੈਪਟਨ ਸਾਹਿਬ ਸ਼ਾਇਦ ਕਿਤੇ ਨਾ ਕਿਤੇ ਗਵਰਨਰ ਕਦੀ ਗੱਲ ਗੁਜਰਾਤ ਦੀ ਚੱਲਦੀ ਹੈ ਕਦੀ ਗੱਲ ਕਿਸੇ ਸਾਊਥ ਦੇ ਸਟੇਟ ਦੀ ਚੱਲਦੀ ਹੈ ਹੁਣ ਪਿੱਛੇ ਜੇ ਜੰਮੂ ਕਸ਼ਮੀਰ ਦੀਆਂ ਵੀ ਗੱਲਾਂ ਜਿਹੜੀਆਂ ਸੀ ਉਹ ਚੱਲ ਰਹੀਆਂ ਸੀਗੀਆਂ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਬੀਬਾ ਜੀ ਦੇਖੋ ਅਜੇ ਤਾਂ ਸਾਨੂੰ ਤਾਂ ਕੁਝ ਨਹੀਂ ਪਤਾ ਵੀ ਡੋਨਟ ਨੋ ਐਨੀਥਿੰਗ ਉਹ ਨਾ ਕੈਪਟਨ ਸਾਹਿਬ ਨੂੰ ਪਤਾ ਹੈ ਇਹ ਪਹਿਲੇ ਵੀ ਹੋਈਆਂ ਸੀਗੀਆਂ ਕੰਜੈਕਚਰਸ ਹੁੰਦੇ ਨੇ ਜੀ ਸੋ ਦੇਖੋ ਅੱਗੇ ਕੀ ਹੁੰਦਾ ਜੀ ਜਿੱਥੋਂ ਤੱਕ ਗੱਲ ਕਰੀਏ ਆਪਾਂ ਇਸ ਟਾਈਮ ਦੀ ਸਰਕਾਰ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਬਹੁਤ ਵੱਡੇ ਮੈਂਡੇਟ ਲੈ ਕੇ ਆਏ ਨੇ ਔਰ ਲੋਕਾਂ ਨੇ ਚੁਣਿਆ ਹੈਗਾ ਬਾਰ-ਬਾਰ ਇਹੀ ਗੱਲਾਂ ਹੁੰਦੀਆਂ ਸੀਗੀਆਂ ਕਿ ਬਦਲ ਦੀ ਸਰਕਾਰ ਚਾਹੀਦੀ ਹੈ ਕਿਉਂਕਿ ਇੱਕ ਵਾਰੀ ਇਹ ਪਾਰਟੀ ਆਉਂਦੀ ਸੀ ਇੱਕ ਵਾਰੀ ਉਹ ਦੋ ਹੀ ਮੇਨ ਪਾਰਟੀਆਂ ਸੀਗੀਆਂ ਬਦਲ ਵੀ ਆ ਗਿਆ ਸਰਕਾਰ ਦੇ ਤੌਰ ਤੇ ਨਵੀਂ ਪਾਰਟੀ ਆ ਗਈ ਹੁਣ ਅਖਾੜੇ ਦੇ ਵਿੱਚ ਕਾਫੀ ਸਾਰੀਆਂ ਪਾਰਟੀਆਂ ਨੇ ਕਾਂਗਰਸ ਵੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਵੀ ਆਪਣੇ ਤਰੀਕੇ ਦੇ ਨਾਲ ਆ ਰਹੀ ਹੈ ਕਿਉਂਕਿ 13 ਸੀਟਾਂ ਤੇ ਲੜਨ ਦੀ ਅਲੱਗ ਤੋਂ ਉਹਨਾਂ ਨੇ ਕਹਿਤੀ ਹੈ ਹੁਣ ਕੋਈ ਉਹਨਾਂ ਦਾ ਇਸ ਟਾਈਮ ਤੱਕ ਹਜੇ ਤੱਕ ਅਲਾਈਅੰਸ ਨਹੀਂ ਹੈਗੀ ਜਦਕਿ ਅਕਾਲੀ ਦਲ ਦੇ ਨਾਲ ਅਲਾਈਅੰਸ ਦੀ ਬਾਰ-ਬਾਰ ਦੁਬਾਰਾ ਤੋਂ ਗੱਲ ਜਿਹੜੀ ਹੈ ਚੱਲਦੀ ਹੈਗੀ ਹੈ ਉਹਦੇ ਬਾਅਦ ਉਹੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਚੌਥੀ ਤੇ ਬੀਐਸਪੀ ਚਲੋ ਉਹਨਾਂ ਦਾ ਅਲਾਈਅੰਸ ਹੈ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਦੇ ਸਾਰੇ ਸਿਨੈਰੀਓ ਨੂੰ ਔਰ ਖਾਸ ਕਰਕੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖੋ ਜੀ ਸਰਕਾਰ ਨੂੰ ਮੇਰੇ ਖਿਆਲ 2 ਸਾਲ ਹੋਣ ਲੱਗੇ ਨੇ 1.5 years ਤਾਂ ਹੋ ਹੀ ਗਏ ਨੇ ਜੀ ਤੇ ਕਾਫੀ ਸ਼ਾਰਟ ਫਾਲਸ ਨੇ ਕਈ ਚੀਜ਼ਾਂ ਤੇ ਜਿਵੇਂ ਪ੍ਰੋਮਿਸਸ ਕੀਤੇ ਸੀਗੇ ਤੁਸੀਂ ਇੱਕ ਹੀ ਲੈ ਲਓ ਜਿਹੜਾ ਆਪਣਾ 1000 ਰੁਪਏ ਦਾ ਲੇਡੀਜ਼ ਦਾ ਸੀਗਾ ਔਰਤਾਂ ਨੂੰ ਦੇਣ ਵਾਲਾ ਐਂਡ ਟਾਈਮ ਅਜੇ ਦੱਸੇਗਾ ਹੁਣ ਕਿਵੇਂ ਮੈਨੇਜ ਕਰਦੇ ਨੇ ਔਰ ਮੈਨੂੰ ਲੋਕਾਂ ਤੇ ਵਿਸ਼ਵਾਸ ਹੈ ਲੋਕ ਬੜੇ ਸਮਝ ਗਏ ਨੇ ਹੁਣ ਦੇ ਆ ਸਾਰਾ ਕੁਝ ਸਾਰੀ ਨੌਲੇਜ ਹੈ ਉਹਨਾਂ ਨੂੰ ਕਿ ਕੀ ਹੈਗਾ ਸਾਰਿਆਂ ਦੇ ਘਰ 'ਚ ਟੀਵੀ ਨੇ ਨਿਊਜ਼ਪੇਪਰਸ ਪੜ੍ਹਦੇ ਨੇ ਸੋਸ਼ਲ ਮੀਡੀਆ ਸਭ ਕੁਝ ਸੋਸ਼ਲ ਮੀਡੀਆ ਤੇ ਆ ਜਾਂਦਾ ਹੈ ਔਰ ਹੁਣ ਜਦੋਂ ਸਰਕਾਰ ਚੁਣਨਗੇ ਮੇਰੇ ਖਿਆਲ ਅਜੇ ਤੱਕ 3 ਸਾਲ ਪਏ ਨੇ ਬਿਲਕੁਲ ਉਸ ਟਾਈਮ ਤੱਕ ਤੁਸੀਂ ਦੇਖਣਾ ਇਟ ਵਿਲ ਬੀ ਜੋ ਵੀ ਪਾਰਟੀ ਚੁਣਨਗੇ ਨਾ ਐਕਸਾਈਟਡ ਹੋਏਗੀ ਇਸ ਵਾਰੀ ਵੀ ਵੈਸੇ ਤਾਂ ਐਕਸਾਈਟਡ ਹੀ ਹੋ ਗਈ ਸੀ ਹਾਂ ਐਕਸਾਈਟਡ ਹੀ ਹੋ ਗਈ ਸੀ 92 ਇਹਨਾਂ ਦੇ ਚੁਣ ਕੇ ਆਏ ਸੀਗੇ ਆਮ ਆਦਮੀ ਪਾਰਟੀ ਦੇ ਲੋਕ ਇੱਕ ਹੀ ਤਰਫ ਭੁਗਤ ਗਏ ਸੀ ਬਿਲਕੁਲ ਜੀ ਪਰ ਕਿਉਂ ਨਾਰਾਜ਼ਗੀ ਕਿਉਂ ਹੋਈ ਹੈ ਖਾਸ ਕਰਕੇ ਕਾਂਗਰਸ ਪਾਰਟੀ ਤੋਂ ਜਾਂ ਫਿਰ ਜੇ ਗੱਲ ਕਰੀਏ ਦੂਸਰੀਆਂ ਪਾਰਟੀਆਂ ਤੋਂ ਜਿਹੜੀਆਂ ਆਲਰੇਡੀ ਮੈਦਾਨ 'ਚ ਸੀਗੀਆਂ ਕਿਤੇ ਨਾ ਕਿਤੇ ਲੋਕ ਬੀਬਾ ਜੀ ਨਾਰਾਜ਼ ਤਾਂ ਸੀਗੇ ਬਹੁਤ ਜ਼ਿਆਦਾ ਹੋਣੇ ਨਾਰਾਜ਼ ਜੀ ਜ਼ਰੂਰ ਦੇਖੋ ਸਭ ਦਾ ਹੱਕ ਹੈ ਜਿਵੇਂ ਸੋਚਦੇ ਨੇ ਦੇਖਦੇ ਨੇ ਉਹਨਾਂ ਦਾ ਰਾਈਟ ਹੈ ਉਹਨਾਂ ਨੂੰ ਜਿਸ ਤੋਂ ਵੀ ਨਾਰਾਜ਼ਗੀ ਹੋਏ ਦੇ ਕੈਨ ਇਟਸ देयर ਰਾਈਟ ਔਰ
ਜੋ ਉਹਨਾਂ ਦੇ ਮਨ 'ਚ ਹੈਗਾ ਉਹ ਫਿਰ ਬਾਹਰ ਕੱਢਦੇ ਨੇ। ਬੀਬਾ ਜੀ ਨੂੰ ਅਸੀਂ ਕਿਵੇਂ ਦੇਖੀਏ, ਕਿਉਂਕਿ ਤੁਹਾਡੀ ਜੇ ਦੇਖਿਆ ਜਾਏ ਤੁਹਾਡੇ 'ਚ ਮੈਨੂੰ ਬਹੁਤ ਕੁਝ ਦਿਖਾਈ ਦਿੰਦਾ। ਜਿਵੇਂ ਜੈਇੰਦਰ ਕੌਰ ਦੀ ਗੱਲ ਕਰਾਂ ਤੇ ਉਹਨਾਂ 'ਚ ਮੈਨੂੰ ਕੈਪਟਨ ਸਾਹਿਬ ਵੀ ਕਿਤੇ ਨਾ ਕਿਤੇ ਦਿਖਦੇ ਨੇ, ਜੀ ਉਹਨਾਂ ਦੇ ਵੈਸੇ ਮਤਲਬ ਲੁੱਕਸ ਤੇ ਆਵਾਂ ਤੇ ਰਾਣੀ ਸਾਹਿਬ ਤਾਂ ਬਹੁਤ ਹੀ ਜ਼ਿਆਦਾ ਦਿਖਦੇ ਨੇ ਤੇ ਬਹੁਤ ਜ਼ਿਆਦਾ। ਤੇ ਕਿਸ ਤਰ੍ਹਾਂ ਤੁਹਾਨੂੰ ਮਤਲਬ ਐਕਸਪਲੇਨ ਕੀਤਾ ਜਾਏ, ਕਿਉਂਕਿ ਹੌਲੀ ਹੌਲੀ ਕਰਕੇ ਤੁਸੀਂ ਪੋਲਿਟਿਕਸ ਦੇ ਵਿੱਚ ਆਏ ਹੋ, ਕਿੱਦਾਂ ਦੇ ਤੁਹਾਡੇ ਸ਼ੌਕ ਰਹਿੰਦੇ ਨੇ, ਕਿੱਦਾਂ ਦੀ ਤੁਹਾਡੀ ਦਿਨਚਰਿਆ ਰਹਿੰਦੀ ਹੈ? ਦੇਖੋ ਜੀ, ਆਈ ਟਰਾਈ ਮਾਈ ਬੈਸਟ। ਮੈਂ ਪਹਿਲੇ ਆਂਦੀ ਸੀ ਫॉर ਮਾਈ ਪੇਰੈਂਟਸ ਇਲੈਕਸ਼ਨਸ, ਬਿਲਕੁਲ, ਔਰ ਉਹਨਾਂ ਨੂੰ ਹੈਲਪ ਕਰਦੀ ਸੀ। ਤੇ ਜਦੋਂ 3 ਸਾਲ ਮੇਰੇ ਫਾਦਰ CM ਰਹੇ ਕੈਪਟਨ ਸਾਹਿਬ, ਉਹ 3 ਸਾਲ ਮੈਂ ਆਈ ਆਸਕਡ ਹਿਮ, ਆਈ ਸੈਡ ਮੈਨੂੰ ਪਟਿਆਲੇ 'ਚ ਕੰਮ ਕਰਨ ਦਿਓ। ਜਿਹੜੀਆਂ ਪ੍ਰੋਮਿਸਿਸ ਅਸੀਂ ਇੰਨੇ ਸਾਲਾਂ ਤੋਂ ਕੀਤੀਆਂ ਨੇ ਪਟਿਆਲੇ ਦੇ ਲੋਕਾਂ ਲਈ, ਮੈਂ ਆਈ ਵਾਂਟ ਟੂ ਫਿਲਫਿਲ ਦੋਜ਼ ਪ੍ਰੋਮਿਸਿਸ। ਜਿਹੜੇ ਕੰਮ ਬੇਸਿਕ ਜਿਹੜੇ ਸਿਟੀ ਦੇ ਕੰਮ ਹੁੰਦੇ ਨੇ, ਐਂਡ ਜਿਹੜੇ ਪ੍ਰੋਜੈਕਟਸ ਅਸੀਂ ਲਿਆਏ, ਡਰਿੰਕਿੰਗ ਵਾਟਰ ਦਾ ਜਿਹੜਾ ਵੱਡਾ ਪ੍ਰੋਜੈਕਟ ਹੈ ਉਹ ਹੁਣ 24/7 ਸ਼ੁਰੂ ਹੋ ਜਾਣਾ ਹੈ। ਮੇਰੇ ਖਿਆਲ ਕਹਿ ਰਹੇ ਸੀ ਅਗਸਤ 'ਚ ਸ਼ੁਰੂ ਹੋਏਗਾ, ਪਰ ਇਹ ਮੌਸਮ ਜਿਹੜਾ ਹੁਣ ਹੋਇਆ ਹੈ ਥੋੜਾ ਡਿਲੇ ਹੋ ਜਾਏ। ਸਾਰਿਆਂ ਦੇ ਘਰ 'ਚ ਸਾਫ਼ ਪਾਣੀ ਆਏਗਾ ਫਰੋਮ ਦ ਕਨਾਲ, ਭਾਖੜਾ ਕਨਾਲ। ਬੜਾ ਵੱਡਾ ਪ੍ਰੋਜੈਕਟ ਕੈਪਟਨ ਸਾਹਿਬ ਦੀ ਡ੍ਰੀਮ ਸੀਗੀ। ਔਰ ਬਾਕੀ ਜਿਹੜੀ ਬੱਸ ਸਟੈਂਡ ਬਾਹਰ ਗਈ ਹੈ, ਬਾਕੀ ਸਾਰੇ ਜਿਹੜੇ ਨਾਲੇ ਕਵਰ ਹੋਏ, ਸਾਰਾ ਕੁਝ ਸਿਟੀ 'ਚ, ਕੋਈ ਪੁਰਾਣੀ ਸਿਟੀ ਹੈ, ਕਿੰਨੇ ਸਾਲਾਂ ਦੀ ਬਣੀ ਹੋਈ ਹੈ। ਸੋ ਇਹ ਸਾਰੀਆਂ ਦੇ ਵਾਜ਼ ਅ ਲੋਟ ਆਫ ਥਿੰਗਸ ਦੈਟ ਨੀਡਡ ਬਦਲਾਅ ਕਰਨਾ ਸੀਗਾ। ਰਜਿੰਦਰਾ ਹਸਪੀਟਲ ਨੂੰ ਠੀਕ ਕੀਤਾ ਹੈ, ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੀਜ਼ ਆਰ ਆਲ ਹਿਸ ਡ੍ਰੀਮਸ। ਐਂਡ ਮੈਂ ਜਿਹੜੇ 3 ਸਾਲ ਇੱਥੇ ਕੰਮ ਕੀਤੇ ਨੇ, ਆਫਟਰ ਦੈਟ ਆਈ ਗੋਟ ਰੀਅਲੀ ਇਨਵੋਲਵਡ। ਜਦੋਂ ਦੇਖਦੇ ਸੀ ਕਿ ਇਹ ਵਾਂਟਡ ਟੂ ਡੂ ਮੋਰ ਐਂਡ ਮੋਰ, so now I'm fully into politics. ਵਾਟਰ ਲੌਗਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਰਹੀ ਹੈ ਪੂਰੇ ਦੇ ਪੂਰੇ ਪਟਿਆਲਾ ਦੇ ਵਿੱਚ, ਬਹੁਤ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ। ਉਧਰ ਘੱਗਰ ਹੈ, ਬੜੀ ਨਦੀ ਹੈ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਉਧਰ ਫਿਰ ਅੰਬਾਲਾ ਹੈਗਾ, ਉਹ ਮਾਰ ਕਰਦਾ ਹੈ ਕਿਤੇ ਨਾ ਕਿਤੇ, ਇਹਨਾਂ ਇਲਾਕਿਆਂ 'ਚ ਬਹੁਤ ਬੁਰੀ ਤਰੀਕੇ ਦੇ ਨਾਲ ਮਾਰ ਕਰਦਾ ਹੈ। ਉਹਦਾ ਕੋਈ ਸੋਲੂਸ਼ਨ ਕਿਸੇ ਵੀ ਤਰੀਕੇ ਦਾ ਨਹੀਂ ਹੋ ਸਕਦਾ। ਜਦੋਂ ਸਰਕਾਰਾਂ ਹੁੰਦੀਆਂ ਨੇ, ਕੋਈ ਵੀ ਸਰਕਾਰ ਹੋਵੇ, ਚਾਹੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ, ਉਹ ਬਹੁਤ ਕੁਝ ਚੇਂਜ ਲੈ ਕੇ ਆ ਸਕਦੇ ਆ। ਆਈ ਨੋ ਦੈਟ ਇੱਕ ਵਾਰੀ ਬੜੀ ਇਹਦੀ ਘੱਗਰ ਦੀ ਗੱਲ ਹੋਈ ਸੀ, ਔਰ ਕਾਫੀ ਕੁਝ ਇਹਨਾਂ ਨੇ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਜਦੋਂ ਪਾਣੀ ਇੰਨੀ ਤੇਜ਼ ਆਉਂਦਾ ਨਾ ਜੀ, ਦੇयर इज नो, ਤਾਂ ਨੈਚੁਰਲ ਕਲੈਮਿਟੀ ਹੁੰਦੀ ਹੈ, ਉਹਦੇ ਵਾਸਤੇ ਤਾਂ ਕੋਈ ਨਹੀਂ ਕੁਝ ਕਰ ਸਕਦਾ। ਜੀ ਜੀ ਜੀ, ਬਿਲਕੁਲ ਬਿਲਕੁਲ। ਬਟ ਇਫ ਸੋਲੂਸ਼ਨ ਲੱਭਿਆ ਜਾਏ ਕਿਤੋਂ ਤੋਂ ਵੀ, ਆਈ ਥਿੰਕ ਬੜੀ ਵਧੀਆ ਗੱਲ ਹੋਏਗੀ। ਸੂਏਜ ਸ਼ਾਇਦ ਸਾਰਾ ਦਾ ਸਾਰਾ ਹੀ ਚੇਂਜ ਕਰਨਾ ਪਏਗਾ, ਕੁਝ ਐਸਾ ਵੀ ਸ਼ਾਇਦ। ਆਈ ਥਿੰਕ ਜਿਹੜੀ ਸ਼ਹਿਰ ਦੀ ਗੱਲ ਕਰ ਰਹੇ ਹੋ, ਪਾਈਪਾਂ ਤਾਂ ਕਾਫੀ ਬਦਲੀਆਂ ਗਈਆਂ ਸੀਗੀਆਂ, ਨਾਲੇ ਵੀ ਟਕੇ ਗਏ ਸੀਗੇ। ਉਹ ਜਿਹੜਾ ਮੇਨ ਨਾਲਾ 2002 ਚ ਟਕਿਆ ਗਿਆ ਸੀ, ਉਹਨੂੰ ਵੀ ਪੂਰੀ ਸਫਾਈ ਕਰਵਾਈ ਸੀ ਡਿਊਰਿੰਗ ਆਰ ਟਾਈਮ, ਪਾਪਾ ਦੇ ਜਦੋਂ CM ਸੀਗੇ। ਔਰ ਸੁਪਰ ਸਕਸ਼ਨ ਮਸ਼ੀਨਾਂ ਵੀ ਪਈਆਂ ਨੇ, ਬਟ ਅਨਫੋਰਚੂਨੇਟਲੀ ਸਫਾਈ ਨਹੀਂ ਇਸ ਵਾਰੀ ਹੋਈ। ਜੀ 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 ਜੀ। ਬੀਬਾ ਜੀ, ਜਿੱਥੋਂ ਤੱਕ ਗੱਲ ਕਰੀਏ ਤੁਸੀਂ ਹੁਣ ਅੱਗੇ ਪੋਲਿਟਿਕਸ, ਕਿਉਂਕਿ ਬਾਰ-ਬਾਰ ਮੈਂ ਗੱਲ ਕਹਾਂਗੀ ਕਿ ਲੋਕ ਕਿਤੇ ਨਾ ਕਿਤੇ ਇਹ ਗੱਲ ਕਹਿ ਰਹੇ ਨੇ ਕਿ ਬੀਬਾ ਜੀ ਤਿਆਰ ਨੇ ਇਸ ਟਾਈਮ, ਔਰ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਔਰ ਉਹਨਾਂ ਦੀ ਪੂਰੀ ਤਿਆਰੀ ਹੈਗੀ ਹੈ। ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਉੱਧਰ ਜਾ ਰਹੇ ਹੋ, ਔਰ ਤੁਹਾਡੀ ਐਕਟੀਵਿਟੀਜ਼ ਕਿਵੇਂ ਰਹਿੰਦੀਆਂ? ਦੇਖੋ ਜੀ, ਵੀ ਵਰਕ ਸਵੇਰ ਤੋਂ ਸ਼ਾਮ ਤੱਕ, ਬੋਥ ਮਾਈ ਮਦਰ ਐਂਡ ਮੀ, ਦੋਨੋਂ ਅਸੀਂ ਲੱਗੇ ਰਹਿੰਦੇ, ਕੰਮ ਕਰਦੇ ਹਾਂ, ਔਰ ਪਤਾ ਲੱਗ ਜਾਏਗਾ ਤੁਹਾਨੂੰ ਜੀ, ਟਾਈਮ ਆ ਰਿਹਾ ਨੇੜੇ, ਪਤਾ ਲੱਗ ਜਾਏਗਾ। ਜੀ ਜੀ ਜੀ। ਹਜੇ ਤਾਂ ਫਿਰ ਮਹਾਰਾਣੀ ਸਾਹਿਬ ਵੀ ਦੋ ਪਾਸੇ ਛਨੇ, BJP ਔਰ ਤੁਹਾਨੂੰ ਉਹ ਵੀ ਬੜੀ ਜਲਦੀ ਪਤਾ ਲੱਗ ਜਾਏਗਾ। ਮੈਂ ਜਸਟ ਸੇ ਦੈਟ। ਬੀਬਾ ਜੈਇੰਦਰ ਕੌਰ ਨੇ ਜਿਹੜੇ, ਉਹ ਇੱਕ ਮਦਰ ਵੀ ਨੇ, ਇੱਕ ਵਾਈਫ ਵੀ ਨੇ, ਔਰ ਡੈਫੀਨੇਟਲੀ ਸ਼ਾਹੀ ਘਰਾਣੇ ਤੋਂ ਤਾਂ ਹੈ ਨੇ, ਬਟ ਸ਼ਾਹੀ ਘਰਾਣੇ ਦੇ ਵਿੱਚ ਆਏ ਹੁਣ ਹਰ ਇੱਕ ਇਨਸਾਨ ਦੇ ਸ਼ੌਕ ਹੁੰਦੇ ਆ, ਕੁਝ ਉਹਨਾਂ ਦੀਆਂ ਹੌਬੀਜ਼ ਵੀ ਹੁੰਦੀਆਂ। ਤੁਸੀਂ ਆਪਣੇ ਬਾਰੇ 'ਚ ਇਸ ਤਰ੍ਹਾਂ ਕਿਵੇਂ ਤੁਹਾਨੂੰ ਦੇਖੀਏ, ਕੀ ਐਕਸਪਲੇਨ ਕਰੋਗੇ ਆਪਣੇ ਆਪ ਨੂੰ, ਜਾਂ ਕੀ ਤੁਹਾਡੇ ਬਾਰੇ ਅਸੀਂ ਜਾਣ ਸਕਦੇ ਹਾਂ ਜਿਹੜਾ ਕਿ ਵੱਖ ਹੋਵੇ, ਜਿਹੜਾ ਅੱਜ ਤੱਕ ਨਹੀਂ ਪਤਾ ਆਮ ਤੌਰ 'ਤੇ ਪਬਲਿਕ ਵਿਊ ਦੇ ਵਿੱਚ? ਆਈ ਵਾਜ਼ ਵੈਰੀ ਫੌਂਡ ਆਫ ਸਪੋਰਟਸ ਐਂਡ ਸੋਸ਼ਲ ਵਰਕ। ਮੈਂ ਦਿੱਲੀ ਵੀ 8 ਸਾਲ, ਮੇਰੇ ਇੱਕ ਫਰੈਂਡ ਦੇ ਮਦਰ ਇਨ ਲॉ ਨੇ ਇੱਕ ਸਕੂਲ ਸ਼ੁਰੂ ਕੀਤਾ ਸੀ ਓਖਲਾ ਵਿੱਚ ਫॉर ਮੈਂਟਲੀ ਚੈਲੰਜ ਚਿਲਡਰਨ, and we're from very poor backgrounds, free
ਪ੍ਰੈਕਟੀਕਲੀ ਫ੍ਰੀ ਹੈ ਸਾਰਾ ਕੁਝ ਉਹਨਾਂ ਵਾਸਤੇ। ਸੋ ਮੈਂ 8 ਸਾਲ ਉੱਥੇ ਮਦਦ ਕੀਤੀ ਹੈ ਦਿੱਲੀ 'ਚ ਐਂਡ ਕਾਫੀ ਅਸੀਂ ਉੱਥੇ ਕੀਤਾ ਕੰਮ। ਜੀ ਜੀ ਜੀ। ਐਂਡ ਨਾਓ ਮੈਂ ਇੱਥੇ ਰਹਿੰਦੀ ਹਾਂ, ਦੈਨ ਆਈ ਗੋ ਟੂ ਦਿੱਲੀ। ਮੇਰੇ ਗ੍ਰੈਂਡ ਚਿਲਡਰਨ ਨੇ ਐਂਡ ਮੇਰੀ ਫੈਮਿਲੀ ਹੈਗੀ ਹੈ। ਸੋ ਜੀ ਜੇ ਲੱਖ ਨੇ ਔਰ ਤੁਹਾਡੇ ਕੰਮ ਨੇ ਕੋਈ ਬੂਰ ਪਾਇਆ ਤੇ ਫਰੂਟਫੁਲ ਹੋਇਆ ਔਰ ਟਰੀ ਬਣਿਆ ਔਰ ਤੁਸੀਂ ਐਮਪੀ ਹੋ ਗਏ ਆਉਣ ਵਾਲੇ ਇਲੈਕਸ਼ਨ ਦੇ ਵਿੱਚ, ਤੁਸੀਂ ਕਿਸ ਤਰੀਕੇ ਦੇ ਨਾਲ ਕੀ ਕੰਮ ਨੇ ਜਿਹੜੇ ਬੰਦਾ ਸੋਚਦਾ ਹੀ ਹੈ ਕਿ ਜੇ ਮੈਂ ਬਣ ਗਿਆ ਐਮਪੀ ਬਣ ਗਿਆ ਜਾਂ ਮੈਨੂੰ ਇੱਕ ਮੌਕਾ ਮਿਲਿਆ ਤਾਂ ਮੈਂ ਇਸ ਤਰੀਕੇ ਦੇ ਨਾਲ ਲੋਕਾਂ ਨਾਲ ਕੰਟੈਕਟ ਰੱਖਾਂਗਾ ਜਾਂ ਇਸ ਤਰੀਕੇ ਦੇ ਨਾਲ ਮੈਂ ਜਨਤਾ ਦਾ ਕੁਝ ਉਸਾਰੂ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ, ਕੁਝ ਤਾਂ ਸੋਚਿਆ ਹੁੰਦਾ ਔਰ ਤੁਹਾਡੇ ਤਾਂ ਕਿਉਂਕਿ ਲੀਗੇਸੀ ਦੇ ਵਿੱਚ ਹੈਗਾ ਸਾਰਾ। ਤੇ ਦੇਖੋ ਜੀ ਸੋਚਣੀ ਤਾਂ ਕਾਫੀ ਹੈ, ਪਰ ਪ੍ਰੈਕਟੀਕਲ ਜਿਹੜੀ ਗੱਲ ਹੁੰਦੀ ਹੈ ਉਹ ਤਾਂ ਜਦੋਂ ਸਮਾਂ ਆਏਗਾ ਫਿਰ ਦੇਖਾਂਗੇ। ਬਟ ਪੀਪਲ ਆਰ ਇਨ ਪੇਨ ਡੈਫੀਨੇਟਲੀ, ਕਿਉਂਕਿ ਜਿਹੜੀਆਂ ਸਾਡੀਆਂ ਕੁਝ ਕੁ ਮੁੱਦੇ ਨੇ ਉੱਥੇ ਹੀ ਖੜੇ ਨੇ। ਹਜੇ ਨਸ਼ੇ ਪੱਤੇ ਦਾ ਮੁੱਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਉੱਥੇ ਹੀ ਖੜਾ ਹੈਗਾ ਔਰ ਅਨਇੰਪਲੋਇਮੈਂਟ ਵਰਗੇ ਜਿਹੜੇ ਮੁੱਦੇ ਨੇ ਉਹ ਉੱਥੇ ਹੀ ਹੈਗੇ ਨੇ ਬਹੁਤ ਸਾਲਾਂ ਦੇ। ਔਰ ਬਹੁਤ ਸਾਰੀਆਂ ਖਾਸ ਕਰਕੇ ਚੀਜ਼ਾਂ ਨੇ ਜਿਹੜੀਆਂ ਔਰ ਡਿਵੈਲਪਮੈਂਟ ਦੇ ਵੀ ਜਿਹੜੇ ਹੈਗੇ ਨੇ, ਕਿਉਂਕਿ ਪੰਜਾਬ ਕਾਫੀ ਪਿਛੜਿਆ ਰਿਹਾ ਔਰ ਕੈਪਟਨ ਸਾਹਿਬ ਵੀ ਬਾਰ-ਬਾਰ ਕਹਿੰਦੇ ਰਹੇ ਹੈ ਕਿ ਬਾਰਡਰ ਸਟੇਟ ਦੇ ਕਰਕੇ ਜਿਹੜਾ ਹੈ ਉਹ ਡਰੋਨ ਦੀ ਜਿਹੜੀ ਇੱਧਰ ਹੈਗੀ ਹੈ, ਨਸ਼ੇ ਦੀ ਸਪਲਾਈ ਹੈਗੀ ਹੈ, ਉਹ ਸਾਰੇ ਮੁੱਦੇ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ। ਹੁਣ ਉਹ ਕਿਉਂਕਿ ਖੁਦ ਬੀਜੇਪੀ 'ਚ ਨੇ ਔਰ ਮੋਦੀ ਜੀ ਜਾਂ ਸੈਂਟਰ ਸਰਕਾਰ ਵੀ ਹੈਗੀ ਹੈ ਔਰ ਉਹ ਵੀ 13 ਸੀਟਾਂ ਇੱਥੇ ਜਿਹੜੀ ਹੈ ਇੰਡੀਪੈਂਡੈਂਟਲੀ ਲੜਨਾ ਚਾਹ ਰਹੇ ਨੇ। ਕਿਵੇਂ ਦੇਖਦੇ ਹੋ ਤੁਸੀਂ ਸਾਰੇ ਸਿਨਾਰੀਓ ਨੂੰ ਕਿ ਕੀ ਜੇ ਬੀਜੇਪੀ ਕਿਸੇ ਤਰੀਕੇ ਦੇ ਨਾਲ ਉਹਦੇ ਕੋਈ ਫਾਇਦਾ ਮਿਲੇਗਾ ਖਾਸ ਕਰਕੇ? ਬਿਲਕੁਲ ਮਿਲੇਗਾ ਜੀ। ਦੇਖੋ ਆਲਰੇਡੀ ਆਪਣੇ ਹੋਮ ਮਿਨਿਸਟਰ ਜੀ ਅਮਿਤ ਸ਼ਾਹ ਜੀ ਜਦੋਂ ਗੁਰਦਾਸਪੁਰ ਰੈਲੀ 'ਚ ਆਏ ਸੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ, ਮੇਰਾ ਖਿਆਲ ਕਿਸੇ ਦਿਨ ਵੀ ਚੱਲਣ ਸ਼ੁਰੂ ਹੋ ਜਾਏਗਾ ਤਾਂ ਨਾਰਕੋਟਿਕਸ ਦਾ ਜਿਹੜਾ ਹੈਗਾ ਬਿਊਰੋ ਉਹਨਾਂ ਦੇ ਵੱਖ-ਵੱਖ ਥਾਵਾਂ 'ਤੇ ਪੰਜਾਬ 'ਚ ਲੱਗਣਗੇ। ਪਹਿਲਾ ਵਾਲਾ ਲੱਗ ਰਿਹਾ ਹੈ ਅੰਮ੍ਰਿਤਸਰ ਜੀ। ਸੋ ਉਹ ਮੇਰਾ ਖਿਆਲ ਕਹਿੰਦੇ ਸੀ 1 ਮਹੀਨੇ ਤੱਕ ਸ਼ੁਰੂ ਹੋ ਜਾਣਾ ਚਾਹੀਦਾ ਹੈ, ਸ਼ੁੱਡ ਬੀ ਸਟਾਰਟਿੰਗ ਸੂਨ। ਇਟ ਵਿਲ ਬੀ ਅੰਡਰ ਦ ਨਾਰਕੋਟਿਕਸ ਐਕਟ। ਜਿਹੜੇ ਬੰਦੇ ਉਹਦੇ 'ਚ ਫੜੇ ਜਾਣਗੇ, ਇਸ ਤਰ੍ਹਾਂ ਨਹੀਂ ਕਿ ਜਿਹੜੇ ਦੇ ਵਿਲ ਦ ਬਿਗ ਪੀਪਲ ਜਿਹੜੇ ਵੇਚਦੇ ਨੇ ਡਰੱਗਸ, ਪੈਡਲਰਸ ਜਿਹੜੇ ਵੱਡੇ ਵਾਲੇ ਹੂ ਗਿਵ ਇਟ ਟੂ ਪੈਡਲਰਸ, ਦੇ ਆਰ ਗੋਇੰਗ ਟੂ ਕਮ ਡਾਊਨ ਬੜੀ ਸਟ੍ਰਿਕਟਲੀ ਉਹਨਾਂ 'ਤੇ। ਹਾਂ, ਉਹਨਾਂ ਨੂੰ ਦੇ ਐਂਡ ਵੰਸ ਤੁਸੀਂ ਨਾਰਕੋਟਿਕਸ ਐਕਟ ਦੇ ਹੇਠ ਆ ਜਾਓ ਤੁਸੀਂ ਜਲਦੀ ਬਾਹਰ ਨਹੀਂ ਨਿਕਲ ਸਕਦੇ। ਇਹ ਸਟਾਰਟ ਉੱਥੋਂ ਹੋਏਗੀ। ਫਿਰ ਡੀ ਐਡਿਕਸ਼ਨ ਸੈਂਟਰ ਵੀ ਪ੍ਰੋਪਰ ਡੀ ਐਡਿਕਸ਼ਨ ਸੈਂਟਰ ਦਿੱਲੀ ਤੋਂ ਲੱਗਣਗੇ ਔਰ ਦਿੱਲੀ ਚਲਾਏਗੀ ਉਹਨਾਂ ਨੂੰ ਪ੍ਰੋਪਰ ਡੀ ਐਡਿਕਸ਼ਨ ਫॉर ਯੰਗਸਟਰਸ ਔਰ ਉਸ ਤੋਂ ਬਾਅਦ ਜੌਬਸ। ਜਿੱਥੋਂ ਤੱਕ ਗੱਲ ਕਰੀਏ ਖਾਸ ਕਰਕੇ ਇਹ ਵਾਰ-ਵਾਰ ਕਿਹਾ ਜਾਂਦਾ ਕਿ ਪੰਜਾਬ ਨੂੰ ਸਵਰਨ ਸਟੇਟ ਹੋਣਾ ਚਾਹੀਦਾ ਹੈ, ਖੁਦ ਮੁਖਤਿਆਰ ਹੋਣਾ ਬਹੁਤ ਜ਼ਰੂਰੀ ਹੈਗਾ। ਔਰ ਜਿੱਥੋਂ ਤੱਕ ਗੱਲ ਕਰੀਏ ਖੁਦ ਮੁਖਤਿਆਰੀ ਦੀ, ਕਿਉਂਕਿ ਪੰਜਾਬ ਹਮੇਸ਼ਾ ਧਾੜਵੀਆਂ ਤੋਂ ਅੱਡੇ ਲੈਂਦਾ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਤੇ ਦਿੱਲੀ ਜਿਹੜਾ ਹੈਗਾ ਉਹਦੇ 'ਤੇ ਹਾਵੀ ਨਾ ਹੋਵੇ, ਥੋੜ੍ਹਾ ਜਿਹਾ ਇੱਕ ਸੈਂਟੀਮੈਂਟ ਰਿਹਾ ਪੰਜਾਬ ਦੇ ਵਿੱਚ। ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਪੰਜਾਬ there are so many states। ਪੰਜਾਬ ਅੱਗੇ ਵੀ ਵੰਡਿਆ ਗਿਆ ਸੀਗਾ ਟੂ ਹਿਮਾਚਲ, ਪੰਜਾਬ, ਹਰਿਆਣਾ, ਪਹਿਲੇ ਇੱਕ ਹੀ ਹੁੰਦੇ ਸੀਗੇ, ਫਿਰ ਵੰਡੇ ਗਏ। ਔਰ ਆਪਣੇ ਕੋਲ ਇੰਨੀਆਂ ਰਿਸੋਰਸਿਸ ਕਿੱਥੇ ਕਿ ਆਪਾਂ ਇਕੱਲੇ ਪੰਜਾਬ ਨੂੰ ਸੋਵਰਨ ਸਟੇਟ ਬਣਾ ਸਕਦੇ ਹਾਂ। ਐਂਡ ਨਾਲ ਸਾਡਾ ਬਾਰਡਰ ਹੈ, ਸੋ ਯੂ ਕੈਨੋਟ ਅਫੋਰਡ ਆਪਾਂ ਨੂੰ, ਵੀ ਵਿਲ ਹੈਵ ਟੂ ਬੀ ਪਾਰਟ ਆਫ ਇੰਡੀਆ। ਯੂ ਕੈਨੋਟ ਹੈਵ ਅ ਸੋਵਰਨ ਸਟੇਟ। ਆਪਾਂ ਤੁਸੀਂ ਗੱਲ ਕਰਦੇ ਹੋ ਹੁਣ ਡਰੱਗਸ ਦੀ, ਜੋ ਨੋ ਜੌਬਸ ਦੀ, ਉੱਥੇ ਫਿਰ ਕੀ ਹੋਏਗਾ? ਯੂ ਕਾਂਟ, ਇਟਸ ਨਾਟ ਪ੍ਰੈਕਟੀਕਲ। ਹਰਿਆਣਾ ਨੂੰ ਜਗ੍ਹਾ ਦਿੱਤੀ ਹੈ ਜੀ, ਕਿਹੜੀ ਜਗ੍ਹਾ? ਵਿਧਾਨ ਸਭਾ ਬਣਾਉਣ ਵਾਸਤੇ। ਯੈਸ, ਉਹ ਮੈਂ ਪੜ੍ਹਿਆ ਸੀ ਪੇਪਰ 'ਚ। ਹਾਂਜੀ। ਪੰਜਾਬ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਤੇ ਹੁਣ ਉਹ ਦਿੱਤੀ। ਕੀ ਇਸ 'ਤੇ ਤੁਹਾਡਾ ਕੀ ਟੇਕ ਹੈਗਾ? ਆਈ ਡੋਂਟ ਨੋ ਦ ਫੁੱਲ ਫੈਕਟਸ ਐਜ਼ ਯੈਟ, ਸੋ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ ਇਹਦੇ ਤੇ ਉੱਤੇ। ਜੀ, ਥੈਂਕ ਯੂ ਸੋ ਮਚ। ਤੁਹਾਡਾ ਮਿਲ ਕੇ ਬਹੁਤ ਬਹੁਤ ਚੰਗਾ ਲੱਗਿਆ ਤੇ ਆਲ ਦ ਵੈਰੀ ਬੈਸਟ। ਇੱਦਾਂ ਹੀ ਕੰਮ ਕਰਦੇ ਰਹੋ ਔਰ ਕੋਈ ਖਾਸ ਕਰਕੇ ਜਦੋਂ ਕੋਈ ਫੀਮੇਲ ਇਸ ਤਰੀਕੇ ਦੇ ਨਾਲ ਔਰ ਰਾਜਸੀ ਘਰਾਣੇ ਦੀ ਹੋਵੇ ਔਰ ਉਹ ਹੈਲਪ ਕਰਨ ਜਾਏ ਤਾਂ ਲੋਕਾਂ ਨੂੰ ਵਾਕਈ ਸਵਾਲ ਨਹੀਂ ਚੁੱਕਣੇ ਚਾਹੀਦੇ। ਥੈਂਕ ਯੂ, ਥੈਂਕ ਯੂ ਵੈਰੀ ਮਚ। ਇਹ ਸਾਡੇ ਨਾਲ ਸੀਗੇ ਬੀਬਾ ਜੈਇੰਦਰ ਕੌਰ, ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੇ
ਬਹੁਤ ਹੀ ਹੰਬਲ ਔਰ ਬੜੀ ਹੀ ਸੋਲਫੁਲ ਪਰਸਨ ਨੇ। ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਮਿਲ ਕੇ। ਪਰ ਉਹਨਾਂ ਦੇ ਬੜੇ ਸਪਸ਼ਟ ਇਰਾਦੇ ਨੇ। ਕਹਿੰਦੇ ਕਿ ਅਸੀਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ ਔਰ ਕਰਦੇ ਆ ਰਹੇ ਹਾਂ। ਕਹਿੰਦੇ ਸਾਡੇ ਘਰਾਣੇ ਨੇ ਹਮੇਸ਼ਾ ਕੰਮ ਕੀਤੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੁਣ ਉਹਨਾਂ ਦੇ ਪਿਤਾ, ਚਾਹੇ ਉਹਨਾਂ ਦੇ ਮਾਤਾ ਜੀ ਹੁਣ ਪਰਨੀਤ ਕੌਰ ਜਿਹੜੇ ਹੈਗੇ ਨੇ ਮਹਾਰਾਣੀ ਪਰਨੀਤ ਕੌਰ। ਤੇ ਇਸੇ ਤਰੀਕੇ ਦੇ ਨਾਲ ਕਾਫੀ ਐਕਟਿਵ ਨੇ ਉਹ ਪੋਲਿਟਿਕਸ ਦੇ ਵਿੱਚ ਇਸ ਟਾਈਮ। ਔਰ ਦੇਖੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈ। ਪਰ ਲੋਕਾਂ ਦੀ ਐਕਸਪੈਕਟੇਸ਼ਨਸ ਨੇ ਔਰ ਲੋਕ ਗੱਲਾਂ ਕਰ ਰਹੇ ਨੇ ਔਰ ਕਨਸੂਈਆਂ ਇਹ ਨੇ ਕਿ ਆਉਣ ਵਾਲੇ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਹੈਗਾ ਜਾਂ ਲੋਕ ਸਭਾ ਦੀ ਜਿਹੜੀਆਂ ਹੁਣ ਚੋਣਾਂ ਆਉਣੀਆਂ ਉਹਦੇ ਵਿੱਚ ਇੱਕ ਕੈਂਡੀਡੇਟ 13 ਦੇ ਵਿੱਚੋਂ ਬੀਬਾ ਜੈਇੰਦਰ ਕੌਰ ਵੀ ਹੋਣਗੇ। ਟਾਈਮ ਬਾਕੀ ਉਹ ਤਾਂ ਹਜੇ ਕਹਿ ਰਹੇ ਕਿ ਟਾਈਮ ਦੱਸੇਗਾ, ਪਰ ਮੈਂ ਜਿਹੜਾ ਹੈ ਉਹ ਸਿਰਫ ਲੋਕਾਂ ਦੇ ਹਿੱਤ ਦੇ ਵਿੱਚ ਤੇ ਲੋਕਾਂ ਦੇ ਲਈ ਕੰਮ ਕਰਦੀ ਰਹਾਂਗੀ। ਜਿੱਥੋਂ ਤੱਕ ਹੜ੍ਹਾਂ ਦੇ ਵਿੱਚ ਉਹਨਾਂ ਦਾ 4-4 5-5 ਫੁੱਟ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਰਨ ਦੀ ਗੱਲ ਹੈਗੀ ਹੈ, ਐਪਰੀਸ਼ੀਏਟ ਕਰਨ ਵਾਲੀ ਗੱਲ ਹੈ। ਕਿਉਂਕਿ ਇਸ ਤਰ੍ਹਾਂ ਦੇ ਮੌਕਿਆਂ ਦੇ ਵਿੱਚ ਖਾਸ ਕਰਕੇ ਜੋ ਨੈਚੁਰਲ ਕਲੈਮਿਟੀ ਹੋਵੇ ਜਾਂ ਕੋਈ ਭੀੜ ਬਣੀ ਹੋਵੇ ਤਾਂ ਹਰ ਇਨਸਾਨ ਨੂੰ ਆਪਣੇ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਲਈ ਜਾਣਾ ਚਾਹੀਦਾ ਔਰ ਇਹਦੇ ਲਈ ਕੋਈ ਸਵਾਲ ਜਿਹੜੇ ਨੇ ਉਹ ਨਹੀਂ ਉੱਠਣੇ ਚਾਹੀਦੇ। ਮੈਨੂੰ ਤੇ ਮੇਰੇ ਕੈਮਰੇ ਟੀਮ ਨੂੰ, ਜਿਹਦੇ ਵਿੱਚ ਸਰਬਜੀਤ ਸਿੰਘ ਨੇ ਔਰ ਨਾਲ ਗੁਰਪ੍ਰੀਤ ਨੇ, ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।